ਹਾਲੇਲੂਇਆ। ਬਹੁਤ ਵਧੀਆ ਗੱਲਾਂ ਦੱਸੀਆਂ ਭਾਈ ਮੋਨੂ ਨੇ, ਭਾਈ ਮੇਘਰਾਜ ਨੇ। ਹਾਲੇਲੂਇਆ। ਬਹੁਤ ਵਧੀਆ ਗੱਲਾਂ ਸੀਗੀਆਂ ਕਿ ਜਿੱਦਾਂ ਭਾਈ ਨੇ ਦੱਸਿਆ, ਭਾਈ ਮੋਨੂ ਨੇ, ਕਈ ਵਾਰ ਅਸੀਂ ਸੋਚਦੇ ਹਾਂ ਕਿ ਆਪਣੇ ਘਰਾਂ 'ਚ ਹੀ ਦੁਆ ਪ੍ਰਾਰਥਨਾ ਕਰ ਲਈਏ, ਹਨਾ। ਭਾਈ ਬ੍ਰੈਨਨ ਨੇ ਕਿਹਾ ਕਿ ਅਗਰ ਤਾਂ ਕੋਈ ਦੇਹ ਦਾ ਅੰਗ ਆ, ਉਹ ਸੱਚਮੁੱਚ ਦੇਹ ਨੂੰ ਲੱਭੇਗਾ, ਔਰ ਜਿਹੜੀ ਦੇਹ ਆ ਉਹ ਕਲੀਸਿਆ ਨੂੰ, ਚਰਚ ਨੂੰ ਬਿਆਨ ਕਰਦੀ ਹੈ। ਹਾਲੇਲੂਇਆ। ਇਹ ਨਹੀਂ ਕਿ ਦੇਹ ਕਿਤੇ ਫਿਰਦੀ ਆ ਔਰ ਅੰਗ ਕਿਤੇ ਫਿਰਦਾ ਆ। ਅੰਗ ਕਹੇ ਮੈਂ ਚਲੋ ਘਰੇ ਕਰ ਲੈਂਦਾ ਆ, ਕੋਈ ਗੱਲ ਨਹੀਂ, ਅੱਜ ਘਰੇ ਹਾਜ਼ਰੀ ਲਾ ਲੈਂਦੇ ਆ। ਨਹੀਂ, ਅੰਗ ਨੂੰ ਤਾਂ ਦੇਹ ਦੇ ਨਾਲ ਹੀ ਕੰਮ ਕਰਨਾ ਵਧੀਆ ਲੱਗਦਾ ਹੈ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਹਾਲੇਲੂਇਆ। ਔਰ ਬਹੁਤ ਵਧੀਆ ਗੱਲਾਂ ਸੱਚ ਮੇਘਰਾਜ ਨੇ ਦੱਸੀਆਂ ਕਿ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਔਰ ਪ੍ਰਭੂ ਆਪਣੀ ਸਹਿਮਤੀ ਜਤਾਉਂਦਾ ਹੈ, ਜੇਕਰ ਅਸੀਂ ਉਹ ਪ੍ਰਭੂ ਦੀ ਮਹਿਮਾ ਵਡਿਆਈ ਦੇ ਲਈ ਕਰ ਰਹੇ ਹਾਂ, ਔਰ ਅਸੀਂ ਭਾਵੇਂ ਜਿਹੜੇ ਮਰਜ਼ੀ ਹਾਲਾਤਾਂ 'ਚ ਹੋਈਏ, ਭੁੱਖੇ ਹੋਈਏ, ਧਿਆਏ ਹੋਈਏ, ਜਿੱਦਾਂ ਦੇ ਮਰਜ਼ੀ ਹੋਈਏ, ਭਾਵੇਂ ਸਾਡੇ ਪੱਲੇ ਕੱਖ ਵੀ ਨਾ ਹੋਵੇ, ਪਰ ਪ੍ਰਭੂ ਸਾਡੀ ਮਦਦ ਕਰਦਾ ਹੈ। ਹਾਲੇਲੂਇਆ। ਸਾਨੂੰ ਆਪਣੇ ਵਚਨ ਦੀ ਪ੍ਰੇਰਨਾ ਦੇ ਨਾਲ ਭਰਦਾ ਆ, ਆਪਣੀ ਇੱਛਾ ਦੇ ਨਾਲ ਭਰਦਾ ਆ, ਕਿਉਂਕਿ ਉਹ ਕਹਿੰਦਾ ਕਿ ਮੈਂ ਤੁਹਾਨੂੰ ਲੈ ਲਿਆ ਨੂੰ ਇਹਦੇ ਲਈ ਨਾ ਬਘਿਆੜਾਂ ਦੇ ਵਿੱਚ ਘੱਲਦਾ ਆ। ਹਾਲੇਲੂਇਆ। ਤੁਹਾਨੂੰ ਮੈਂ ਨਿਆਣਿਆਂ ਨੂੰ ਬੁੱਧਵਾਨਾਂ ਦੇ ਬਲਵਾਨਾਂ ਦੇ ਵਿੱਚ ਘੱਲਦਾ ਆ, ਤਾਂ ਜੋ ਬਲਵਾਨਾਂ ਨੂੰ ਲੱਜਾਵਾਨ ਕਰੂ। ਹਾਲੇਲੂਇਆ। ਕਿਉਂਕਿ ਉਹ ਸਦਾ ਕਮਜ਼ੋਰਾਂ ਨੂੰ ਫੜਦਾ ਆ, ਉਹ ਭਿੜ ਦੇ ਗੋਡਿਆਂ ਨੂੰ ਮਜ਼ਬੂਤ ਕਰਦਾ ਆ। ਹਾਲੇਲੂਇਆ। ਉਹ ਥਥਲੇ ਬੁੱਲਾਂ ਨੂੰ ਸੈੱਟ ਕਰਦਾ ਆ। ਹਾਲੇਲੂਇਆ। ਸ਼ੁਰੂ ਤੋਂ ਇੱਕ ਨਵੇਂ ਬੰਦੇ ਨੂੰ ਫੜਦਾ ਆ। ਨਵੇਂ ਬੰਦੇ ਨੂੰ ਸਮਝੇ ਨਾ, ਜਵਾਨਾਂ ਨੂੰ ਫੜਦਾ ਆ। ਹਾਲੇਲੂਇਆ। ਜਵਾਨਾਂ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਫੜਦਾ ਆ ਜਿਹੜੇ ਬਿਲਕੁਲ ਫਰੈਸ਼, ਖਾਲੀ ਆ। ਖਾਲੀ ਸਮਝਦੇ ਹੋ ਨਾ? ਹਾਲੇਲੂਇਆ। ਉਹ ਸਦਾ ਖਾਲੀਆਂ ਨੂੰ ਫੜਦਾ ਆ। ਭਰਿਆਂ ਦੇ ਨਾਲ ਉਹਨੂੰ ਕੋਈ ਵਾਸਤਾ ਨਹੀਂ ਆ। ਗਿਆਨੀਆਂ ਦੇ ਨਾਲ ਉਹਨੂੰ ਕੋਈ ਵਾਸਤਾ ਨਹੀਂ ਆ। ਹਾਲੇਲੂਇਆ। ਜਿਨ੍ਹਾਂ ਨੂੰ ਆਪਣੀ ਪੜ੍ਹਾਈ ਲਿਖਾਈ ਦੇ ਉੱਤੇ ਬਹੁਤ ਮਾਣ ਆ, ਉਹਨਾਂ ਦੇ ਨਾਲ ਉਹਨੂੰ ਕੋਈ ਵਾਸਤਾ ਨਹੀਂ ਆ। ਹਾਲੇਲੂਇਆ। ਉਹਨੂੰ ਸਦਾ ਫਰੈਸ਼ ਲੋਕ ਚਾਹੀਦੇ ਆ, ਸਦਾ ਉਹਨੂੰ ਨਵੇਂ ਲੋਕ ਚਾਹੀਦੇ ਆ। ਹਾਲੇਲੂਇਆ। ਉਹਨੇ ਕਿਹਾ ਕਿ ਇਹ ਨਵੀਂ ਮੈਂ ਆ ਔਰ ਨਵੀਆਂ ਮਸ਼ਕਾਂ ਦੇ ਵਿੱਚ ਭਰੀ ਜਾਂਦੀ ਆ। ਅਗਰ ਪੁਰਾਣੀਆਂ ਮਸ਼ਕਾਂ ਦੇ ਵਿੱਚ ਭਰੀ ਜਾਊਗੀ ਤੇ ਇਹ ਜਿਹੜੀ ਮੈਂ ਆ ਇਹ ਉਛਲਦੀ ਆ, ਇਹਦੇ ਵਿੱਚ ਜੋਸ਼ ਆ। ਕਿਹਦੇ ਵਿੱਚ ਭਲਾ? ਮੈਂ ਦੇ ਵਿੱਚ। ਵਚਨ ਦੇ ਵਿੱਚ ਕੀ ਆ? ਜੋਸ਼ ਆ। ਇੱਕ ਛੋਟੇ ਤੋਂ ਛੋਟਾ ਵਿਸ਼ਵਾਸੀ ਕੋਈ ਮੈਸੇਜ ਪੜ੍ਹ ਲਵੇ ਨਾ ਤੇ ਉਹ ਕਹਿੰਦਾ ਵੀ ਪਾਸਟਰ ਕੀ ਚੀਜ਼ ਆ, ਹੈਨਾ? ਕੋਈ ਮਾੜਾ ਜਿਹਾ ਬੰਦਾ ਗਵਾਹੀ ਲਿਖਣਾ ਉਹ ਕਹਿੰਦਾ ਪਾਸਟਰ ਤਾਂ ਕੀ ਸਮਾ ਰਿਹਾ, ਹੁਣ ਸਾਰਾ ਸਮਾਂ ਹੀ ਆਪਣਾ ਹੈ, ਹੈਨਾ? ਕਿਉਂਕਿ ਮੈਸੇਜ 'ਚ ਇੰਨਾ ਜੋਸ਼ ਆ, ਕਿਉਂਕਿ ਮੈਸੇਜ ਉਠਾਏ ਜਾਣ ਵਾਲਾ ਆ। ਇਹ ਉਕਾਬੀ ਯੁੱਗ ਦਾ ਮੈਸੇਜ ਆ। ਇਹ ਸਾਡੀ ਜਵਾਨੀ ਨੂੰ ਨਵਾਂ ਕਰਨ ਵਾਲਾ ਮੈਸੇਜ ਆ। ਹਾਲੇਲੂਇਆ। ਕਿੰਨਾ ਵਧੀਆ ਮੈਸੇਜ ਆ। ਹਾਲੇਲੂਇਆ। ਔਰ ਇਹ ਸਾਨੂੰ ਤਰੋਤਾਜ਼ਾ ਕਰਦਾ ਹੈ। ਔਰ ਬਾਈਬਲ 'ਚ ਬਿਆਨ ਕੀਤਾ ਹੈ ਨਵੀਂ ਮੈਂ ਆ। ਨਵੀਆਂ ਮਸ਼ਕਾਂ ਚਾਹੀਦੀਆਂ ਇਹਨੂੰ। ਨਵੀਆਂ ਮਸ਼ਕਾਂ ਦੇ ਵਿੱਚ ਭਰੀ ਜਾ ਸਕਦੀ ਆ। ਅਗਰ ਇਹ ਪੁਰਾਣੀਆਂ ਮਸ਼ਕਾਂ 'ਚ ਭਰੀ ਜਾਊਗੀ ਤੇ ਉਹ ਫਟ ਜਾਣਗੀਆਂ। ਉਹ ਇਹਦਾ ਜਿਹੜਾ ਦਬਾਅ ਆ ਸਹਿਣ ਨਹੀਂ ਕਰ ਸਕਣਗੀਆਂ। ਹਾਲੇਲੂਇਆ। ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਆਓ ਅਸੀਂ ਸਭ ਪ੍ਰਭੂ ਦੇ ਵਚਨ ਦੇ ਆਦਰ ਦੇ ਲਈ ਖੜੇ ਹੋ ਸਕਦੇ ਹਾਂ। ਔਰ ਜੋ ਆਪਣੇ ਪ੍ਰਚਾਰ ਕਰਦਾ ਵੀ ਜੋ ਟੌਪਿਕ ਆ, ਜੋ ਆਪਾਂ ਪ੍ਰਚਾਰ ਕਰਨਾ ਆ, ਉਹ ਵੀ ਏਦਾਂ ਦਾ ਹੀ ਆ ਕਿ ਪ੍ਰਭੂ ਨੂੰ ਕੁਝ ਨਵੇਂ ਭੈਣ ਭਰਾ ਚਾਹੀਦੇ ਆ। ਨਵੇਂ ਦਾ ਮਤਲਬ ਹੈ ਫਰੈਸ਼। ਹਾਲੇਲੂਇਆ। ਖਾਲੀ ਭਾਂਡੇ। ਹਾਲੇਲੂਇਆ। ਔਰ ਆਓ ਅਸੀਂ ਇੱਕ ਕੋਰਸ ਗਾਉਂਦੇ ਹਾਂ, ਸਭ ਮਿਲ ਕੇ ਗਾਉਂਦੇ ਹਾਂ।
हालेलुया सब अपनी अखां नूं बंद कर लेंदे हां। बहने दे उस हवा को छूले एक जीवन को बहने दे उस हवा को छूले एक जीवन को तेरा दर्शन हमें मिले करते हैं प्रार्थना तेरी महिमा से तेरी सामर्थ से तेरी से तू अभिषेक कर दे तू बदल दे मेरे मन को इस जीवन को तू बदल दे मेरे मन को आशीष इस जीवन को तेरी करुणा हमें करते हैं प्रार्थना तुझसे तेरी महिमा से तेरे सामर्थ से फिर से तू अभिषेक कर दे सचमुच सानू अपने आत्मा दे नाल भरना चाहुंदा है वो अपनी इच्छा दे नाल भरना चाहुंदा है वो अपने वचन दे नाल सानू भरना चाहुंदा है प्रभु दे नाम नूं महिमा मिले आओ असीं अज स्क्रिप्चर दे वल चलदे हां ते प्रभु दे वचन दे वल चलदे हां और असीं अज पढ़ना चाहुंदे हां रसूलां दे करतब 19 अध्याय बहुत ही मशहूर हवाला आ हालेलुया किन्ने ध्यान दे रहे हो मैं सबने दे हाथ देखना चाहता है मैं पढ़न लगा है और मैं बाद पूछना है की पढ़या गया है हालेलुया रसूलां दी किताब 19 अध्याय और मैं बहुत बार दस्या है कि असल दे विच ए रसूलां दे काम नहीं है ए पवित्र आत्मा दे काम है हालेलुया ये उस जो दे वचन दे काम है जो उन्हां दे उत्ते प्रगट हो चुका है इस जगह ते पौलुस आ और पौलुस कई इलाकिਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਉਹ ਜਦੋਂ ਅਫਸੁਸ ਦੇ ਵਿੱਚ ਆਉਂਦਾ ਆ और ਉੱਥੇ ਕਈਆਂ ਚੇਲਿਆਂ ਨੂੰ ਉਹਨੇ ਲੱਭਿਆ ਆਮੀਨ ਭਾਵ ਉਹਨੇ ਕਈਆਂ ਰਸੂਲਾਂ ਨੂੰ ਲੱਭਿਆ ਆ ਆਮੀਨ ਉਹ ਪ੍ਰਭੂ ਦੇ ਰਸੂਲਾਂ ਨੂੰ ਉਹਨੇ ਲੱਭਿਆ ਆ ਜਿਹੜੇ ਆਪਣੇ ਆਪ ਨੂੰ ਰਸੂਲ ਕਹਿ ਰਹੇ ਆ ਹੈਗੇ ਚੇਲੇ ਆ ਆਮੀਨ ਹੈਗੇ ਕੀ ਆ ਚੇਲੇ ਰਸੂਲ ਆ ਚੇਲੇ ਆ ਆਓ ਉਹਨਾਂ ਦੀ ਵਾਰਤਾਲਾਪ ਨੂੰ ਪੜ੍ਹਦੇ ਹਾਂ ਔਰ ਇੱਕ ਹੀ ਐਤ ਅਸੀਂ ਪ੍ਰਭੂ ਦੀ ਕਿਰਪਾ ਦੇ ਨਾਲ ਪੜਾਂਗੇ ਇੱਥੇ ਲਿਖਿਆ ਅਤੇ ਕਈ ਚੇਲਿਆਂ ਨੂੰ ਲੱਭ ਕੇ ਉਹਨਾਂ ਨੂੰ ਆਖਿਆ ਜਾਂ ਤੁਸੀਂ ਨੇਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਉਹਨਾਂ ਉਸ ਨੂੰ ਕਿਹਾ ਅਸਾਂ ਤਾਂ ਇਹ ਸੁਣਿਆ ਹੀ ਨਹੀਂ ਕਿ ਪਵਿੱਤਰ ਆਤਮਾ ਹੈਗਾ ਆ आओ सिर हम झुकाइए अखा बंद कर महान स्वर्गीय पिता यीशु नासरी
एक बार फिर प्रभु ਅਸੀਂ तेरे सामने आਉਂਦੇ ਹਾਂ पूरी गंभीरताई ਦੇ ਨਾਲ। और ਅੱਜ जब तू प्रभु इस साल ਦੇ ਪਹਿਲੇ ਐਤਵਾਰ प्रभु तू ਸਾਨੂੰ ਸਭਨਾਂ ਨੂੰ ਆਪਣੇ ਟੇਬਲ ਦੇ ਦੁਆਲੇ ਇਕੱਠੇ ਕੀਤਾ ਹੈ प्रभु। और ਹੋਂਦੇ प्रभु तू ਉਸ ਆਪਣੇ ਸਵਾਦਲੇ ਭੋਜਨ ਦੇ ਵਿੱਚੋਂ, ਉਹਨਾਂ ਸਵਾਦਲੇ ਖਾਣਿਆਂ ਦੇ ਵਿੱਚੋਂ प्रभु तू ਸਾਡੇ ਸਭਨਾਂ ਦੇ ਹਿਰਦਿਆਂ ਨੂੰ ਤ੍ਰਿਪਤ ਕਰ। ਕਿਉਂਕਿ ਤੇਰਾ ਵਚਨ ਬਿਆਨ ਕਰਦਾ ਹੈ ਕਿ ਜਿਹੜੇ ਭੁੱਖੇ ਹਨ और रजा दिते जाएंगे, ਜਿਹੜੇ ਪਿਆਸੇ ਹਨ ਉਹ ਤ੍ਰਿਪਤ ਕੀਤੇ ਜਾਣਗੇ। ਉਹ ਮਿਹਰਬਾਨ ਪ੍ਰਭੂ ਤੂੰ ਅੱਜ ਆਪਣੀ ਇੱਛਾ ਦੇ ਨਾਲ ਸਾਨੂੰ ਭਰ, ਆਪਣੇ ਮਹਾਨ ਉਸ ਜਲਾਲ ਦੇ ਨਾਲ ਭਰ ਪ੍ਰਭੂ, ਤਾਂ ਜੋ ਪ੍ਰਭੂ ਅਸੀਂ ਜਿੱਦਾਂ ਆਏ ਹਾਂ ਉਦਾਂ ਨਾ ਜਾ ਸਕੀਏ। ਸੱਚਮੁੱਚ ਅਸੀਂ ਸਭ ਇਸ ਜਗ੍ਹਾ ਤੋਂ ਬਦਲੇ ਹੋਏ ਮਿਲਦੇ ਹਾਂ। ਤੂੰ ਪ੍ਰਭੂ ਹਰੇਕ ਦੇ ਉੱਤੇ ਆਪਣੀ ਕਿਰਪਾ ਨੂੰ ਜ਼ਾਹਰ ਕਰ ਪ੍ਰਭੂ। ਇੱਕ ਭੈਣ ਭਰਾ ਦੇ ਅੰਗ ਸੰਗ ਹੋ ਪ੍ਰਭੂ। जब प्रभु तू मेरिया भी खामियां नु जानदा है, मेरिया सारियां दुर्बलताइयां नु जानदा है प्रभु। तू मेरा इलाज कर। और प्रभु तू इस जगह ते अपने महान पवित्र आत्मा दे होर नु प्रभु तू इस जगह ते यकीनन बना प्रभु कि तू सचमुच अपनी हजूरी च काम करदा है। और कोई बंदा इस जगह ते इंपॉर्टेंट नहीं है प्रभु। तू आप आ और अपने लोगों के नाल बोल। सब तेनू सुनना चाहते हैं प्रभु। तू बोल, असी हाजिर हैं प्रभु। तू इस सारे माहौल नू अपने नियंत्रण च लै प्रभु। सब चीज़ां तू अपने कंट्रोल च लै प्रभु। वरिष्ठान इस संगत तो शर्मिंदे हो जाए यीशु मसीह दे नाम च मैं ये सब आदर सहित बैठ सकते हैं प्रभु। तुम सब नू बहुत बरकत दे। हालेलुया। जो आज अपने प्रचार करने का विषय है वो यही है जो मैं पढ़िया है। हालेलुया। किन्होंने सुनिया है, किन्होंने पता लगा कि मैं की पढ़िया है। हालेलुया। इस जगह ते पौलुस यार और कई चेलियां ने पूछ रहा है कि जद तो तुसा नेचा कीती, जदों तो तुसी नेचा कीती की पवित्र आत्मा मिलिया? जद तो तुसा नेचा कीती। हालेलुया। अपने बोलने का विषय जा तुसा नेचा कीती ताकि तुहानू पवित्र आत्मा मिलिया। एक क्वेश्चन है। उस तो बाद एक क्वेश्चन मार के जिन्हों जेडे भैन भरा पढ़े लिखे उन्होंने पता है कड़शी कहते उन्होंने क्वेश्चन मार गया। और जिस जगह ते क्वेश्चन आ वो जगह ते कुछ प्रभु किसी गल नूं समझाउणा चाहुंदा है, वो कुछ हल कढना चाहुंदा है। हालेलुया। भैणों ते भराओ सचमुच ये गल बड़ी जरूरी है कि जदों असीं प्रभु यीशु मसीह नूं कबूलिया आ, जदों असीं प्रभु यीशु मसीह नूं ग्रहण कीता आ, उहदे ते नेचा कीती आ, कई असीं देवी देवतियां नूं छड्डिया आ, कई अपने जरूरी कंमां नूं छड्डिया आ, प्रभु ते नेचा कीती आ ताकि पवित्र आत्मा सानू मिलिया। कितना जरूरी सवाल है, कितनी वधिया गल है। वो संगतियां वो भैन भरावां दे गीतां दा रौला सब चीज़ां असफल रहिंदियां है, वो व्यर्थ है सब चीज़ां। तुहाडा बंदगी च बहना दान दसवंध देना व्यर्थ हो जाता है। जे तुहाडा दान दसवंध देना एक मसा एक पवित्र आत्मा की अगुवाई दे नाल ही नहीं है तां तुहाडे गीतां नूं गुणगुणाउणा पवित्र आत्मा की अगुवाई दे नाल ही नहीं है तां वो सारियां चीज़ां सफल है। और भैणों ते भराओ असीं किसी चीज़ दे लई इरादा तां बनाया। हालेलुया। सब ध्यान करियो, आपां ज़्यादा समा नहीं लाउणा। आपां हो सकदा है कि आपां थोड़ा ही समा लाइए, बाकी ये सब चीज़ां असीं पवित्र आत्मा दे उत्ते छड्डदे हां। उहनूं जिद्दां भी चंगा लगदा है उदां असीं पवित्र आत्मा नूं ही मनना चाहुंदे हां, प्रभु की इच्छा का ही प्रगटावा करना चाहते हैं। हालेलुया। किन्हां नूं जो मैं गल कर रहा है समझ आई? जदों असीं नेचा कीती ते की सानूं पवित्र आत्मा मिलिया। हालेलुया। और भैणों ते भराओ यही सवाल पौलुस उत्थों दे कुछ लोकां नूं कर रहा है जिहड़े अपने आप नूं पुत्र दसदे आ, जिहड़े अपने आप नूं प्रभु यीशु मसीह दे चेले दसदे आ। और बाइबल बयान करदी कि अगर कोई मेरा चेला होना चाहुंदा है
ਤੇ ਆਪਣੀ ਸਲੀਬ ਚੁੱਕੇ ਤੇ ਮੇਰੇ ਪਿੱਛੇ ਹੋ ਤੁਰੇ। ਪਿੱਛੇ ਹੋਣ ਦਾ ਮਤਲਬ ਕਿ ਦੁੱਖ ਚੱਲੇ ਤਾਂ ਹੀ ਉਹ ਮੇਰਾ ਚੇਲਾ ਕਹਾ ਸਕਦਾ ਆ। ਹਾਲੇਲੂਇਆ। ਤਾਂ ਹੀ ਉਹ ਮੇਰੀ ਕਿਸੇ ਇੱਛਾ ਨੂੰ ਸਮਝ ਸਕਦਾ ਆ। ਔਰ ਇਸ ਜਗ੍ਹਾ ਤੇ ਵੀ ਜਦ ਅਸੀਂ ਥੋੜਾ ਪੜ੍ਹਦੇ ਹਾਂ ਔਰ ਸਾਨੂੰ ਪਤਾ ਲੱਗਦਾ ਹੈ ਕਿ ਇਹ ਚੇਲਿਆਂ ਦਾ ਕੋਈ ਨਮੂਨਾ ਸੀਗਾ। ਇਹ ਚੇਲੇ ਕੁਝ ਜਾਣਦੇ ਤਾਂ ਹੈਗੇ ਸੀ। ਔਰ ਤੁਹਾਨੂੰ ਪਤਾ ਕੀ ਜਾਣਦੇ ਸੀਗੇ? ਇਹ ਚੇਲੇ ਆਮ ਜਿਹਾ ਨਹੀਂ ਸੀਗੇ। ਇੱਕ ਐਦਾਂ ਦੇ ਸੇਵਕ ਦੇ ਚੇਲੇ ਸੀਗੇ, ਇੱਕ ਐਦਾਂ ਦੇ ਨਬੀ ਦੇ ਚੇਲੇ ਸੀਗੇ। ਯਿਸੂ ਮਸੀਹ ਨੇ ਉਸ ਨਬੀ ਦੇ ਬਾਰੇ ਕਿਹਾ ਕਿ ਸਭ ਨਬੀਆਂ ਦੇ ਵਿੱਚੋਂ ਵੱਡਾ। ਆਮੀਨ। ਇੱਕ ਐਦਾਂ ਦੇ ਨਬੀ ਦੇ ਚੇਲੇ ਜਿਨਨੇ ਪ੍ਰਭੂ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ। ਕਿਹਨੇ ਦਿੱਤਾ ਸੀ ਭਲਾ? ਯਹੂਨਾ ਨੇ ਪ੍ਰਭੂ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ। ਉਹਦੇ ਚੇਲੇ ਆ ਔਰ ਹੈਗੇ ਚੇਲੇ ਆ। ਔਰ ਯਹੂਨਾ ਦਾ ਪ੍ਰਚਾਰ ਬੜਾ ਜ਼ਬਰਦਸਤ ਪ੍ਰਚਾਰ ਸੀਗਾ। ਆਮੀਆ ਪ੍ਰਚਾਰ ਨਹੀਂਗਾ, ਏਲੀਆ ਦਾ ਪ੍ਰਚਾਰ ਸੀਗਾ। ਔਰ ਏਲੀਆ ਜਦ ਵੀ ਆਉਂਦਾ ਆ ਉਹ ਕਈਆਂ ਖਾਮੀਆਂ ਨੂੰ ਕੱਢਦਾ ਆ। ਹਾਲੇਲੂਇਆ। ਉਹ ਕਈਆਂ ਚੀਜ਼ਾਂ ਦੇ ਉੱਤੇ ਸਾਨੂੰ ਬੜੀ ਡੂੰਘੀ ਨੌਲੇਜ ਦਿੰਦਾ ਆ। ਔਰ ਲਿਖਿਆ ਕਿ ਨਬੀ ਜਦ ਵੀ ਬੋਲਦੇ ਆ ਉਹ ਪਵਿੱਤਰ ਆਤਮਾ ਦੇ ਉਕਸਾਨ ਦੇ ਨਾਲ ਬੋਲਦੇ ਆ। ਔਰ ਜਦੋਂ ਤੁਹਾਨੂੰ ਪਤਾ ਕਿ ਜਦੋਂ ਯਹੂਨਾ ਬਪਤਿਸਮਾ ਦੇਣ ਵਾਲਾ ਧਰਤੀ ਤੇ ਸੀਗਾ ਤੇ ਉਹ ਕੁਝ ਐਦਾਂ ਦੇ ਸ਼ਬਦ ਬੋਲਦਾ ਸੀਗਾ ਕਿ ਭਾਵੇਂ ਕਿ ਉਹ ਲੋਕਾਂ ਨੂੰ ਚੰਗੇ ਲੱਗਦੇ ਤੇ ਭਾਵੇਂ ਨਹੀਂ ਸੀ ਲੱਗਦੇ, ਪਰ ਵਚਨ ਪੂਰੀ ਤਸੱਲੀ ਵਾਲਾ ਸੁਣਾਉਂਦਾ। ਭਾਵੇਂ ਕਿਸੇ ਨੂੰ ਬਰਕਤ ਮਿਲੀ ਜਾਂ ਨਹੀਂ ਮਿਲੀ, ਕੋਈ ਚਮਤਕਾਰ ਹੋਇਆ ਜਾਂ ਨਹੀਂ ਹੋਇਆ। ਔਰ ਤੁਹਾਨੂੰ ਪਤਾ ਯਹੂਨਾ ਦੀ ਸੇਵਕਾਈ ਦੇ ਵਿੱਚ ਇੱਕ ਵੀ ਚਮਤਕਾਰ ਨਹੀਂ ਸੀਗਾ। ਮੈਂ ਉਹਨਾਂ ਲੋਕਾਂ ਦਾ, ਉਹਨਾਂ ਭੈਣ ਭਰਾਵਾਂ ਦਾ ਥੋੜਾ ਧਿਆਨ ਦਿਵਾਉਣਾ ਚਾਹੁੰਦਾ ਆ। ਕਈ ਵਾਰ ਸਾਨੂੰ ਹੁੰਦਾ ਹੈ ਕਿ ਚਮਤਕਾਰ ਹੋਣਗੇ ਤਾਂ ਹੀ ਪ੍ਰਭੂ ਦੇ ਹੋਣਾ ਪ੍ਰਮਾਣਿਤ ਆ ਕਿ ਪ੍ਰਭੂ ਇਸ ਸੇਵਕਾਈ ਦੇ ਵਿੱਚ ਕੰਮ ਕਰ ਰਿਹਾ ਆ, ਹਨਾ। ਅੱਜ ਕੱਲ ਕਈ ਏਦਾਂ ਦੀਆਂ ਭੇਸ਼ਬਾਣੀਆਂ, ਕਈ ਕਹਿੰਦੇ ਪ੍ਰੋਫਟ ਆ, ਪ੍ਰੋਫਟ ਨੇ ਆਪਣੀ ਪ੍ਰੋਫੈਸੀ ਕੀਤੀ ਆ। ਔਰ ਪ੍ਰੋਫੈਸੀ ਕੀ ਕੀਤੀ? ਕੈਨੇਡਾ ਜਾਓ ਜੀ, ਜਾਂ ਪ੍ਰੋਫੈਸੀ ਕਰਦੇ ਆ ਜੀ ਤੇਰੇ ਬੇਟਾ ਹੋਣਾ ਆ, ਪ੍ਰੋਫੈਸੀ ਕਰਦੇ ਆ ਜੀ ਆਹ ਹੋ ਜਾਣਾ ਆ, ਐਦਾਂ ਹੋ ਜਾਣਾ ਆ। ਔਰ ਜਿਸ ਜਗ੍ਹਾ ਤੇ ਚਮਤਕਾਰ ਹੋ ਰਹੇ ਪ੍ਰਭੂ ਹੀ ਉੱਥੇ ਆ। ਪਰ ਮੈਂ ਭੁਲੇਖਾ ਕੱਢਣਾ ਚਾਹੁੰਦਾ ਹੈ, ਜਿਸ ਜਗ੍ਹਾ ਤੇ ਚਮਤਕਾਰ ਨਹੀਂ ਵੀ ਤਾਂ ਵੀ ਪ੍ਰਭੂ ਹੋ ਸਕਦਾ ਆ। ਜ਼ਰੂਰੀ ਹੈ ਕਿ ਜੇਕਰ ਸਮੇਂ ਦਾ ਸੰਦੇਸ਼ ਹੈ ਉਸ ਜਗ੍ਹਾ ਤੇ, ਜ਼ਰੂਰੀ ਹੈ ਕਿ ਜੇਕਰ ਸਮੇਂ ਦੀ ਖੁਰਾਕ ਉਸ ਜਗ੍ਹਾ ਤੇ ਦਿੱਤੀ ਜਾ ਰਹੀ ਆ ਤੇ ਪ੍ਰਭੂ ਦੇ ਹੋਣ ਦਾ ਸਬੂਤ ਆ। ਹਾਲੇਲੂਇਆ। ਔਰ ਯਹੂਨਾ ਦੀ ਸੇਵਕਾਈ ਦੇ ਵਿੱਚ ਇੱਕ ਵੀ ਉਹਨੇ ਕਿਸੇ ਦਾ ਦਾਪ ਤੱਕ ਨਹੀਂ ਉਤਾਰਿਆ। ਇਬਰਾਹਿਮ ਨੇ ਦੱਸਿਆ। ਕਿਹਨਾਂ ਨੂੰ ਗੱਲ ਸਮਝ ਆ ਰਹੀ? ਹਾਲੇਲੂਇਆ। ਉਹਨੇ ਸਿਰਫ ਸੰਦੇਸ਼ ਸੁਣਾਇਆ ਔਰ ਬਪਤਿਸਮੇ ਦਿੱਤੇ, ਸ਼ੁੱਧ ਸੰਦੇਸ਼। ਹਾਲੇਲੂਇਆ। ਔਰ ਉਸੇ ਸੰਦੇਸ਼ ਦੇ ਹੇਠ ਇਹ ਲੋਕ ਸੀਗੇ ਜਿਨ੍ਹਾਂ ਨੇ ਯਹੂਨਾ ਬਪਤਿਸਮੇ ਵਾਲੇ ਦੇ ਦੁਆਰਾ ਬਪਤਿਸਮਾ ਪਾਇਆ, ਪ੍ਰਭੂ ਨੂੰ ਗ੍ਰਹਿਣ ਕੀਤਾ। ਕਿਹਨਾਂ ਨੂੰ ਮੇਰੀ ਗੱਲ ਸਮਝ ਆ ਰਹੀ? ਹਾਲੇਲੂਇਆ। ਔਰ ਇਸ ਜਗ੍ਹਾ ਤੇ ਇੱਕ ਹੋਰ ਬੰਦਾ ਆਇਆ ਜਿਹਦਾ ਨਾਮ ਪੌਲਸ ਆ। ਔਰ ਪੌਲਸ ਨੇ ਆ ਕੇ ਉਹਨਾਂ ਦੇ ਨਾਲ ਇਹ ਸਵਾਲ ਕੀਤਾ ਕਿ ਜਦੋਂ ਤੋਂ ਤੁਸੀਂ ਨੇਚਾ ਕੀਤੀ ਤੇ ਕੀ ਪਵਿੱਤਰ ਆਤਮਾ ਪਾਇਆ? ਕਿ ਅੱਜ ਇਹੀ ਸਵਾਲ ਮੇਰੇ ਤੇ ਤੁਹਾਡੇ ਸਾਹਮਣੇ ਆ। ਭੈਣੋ ਤੇ ਭਰਾਓ, ਪਵਿੱਤਰ ਆਤਮਾ, ਆਪਾਂ ਉਸ ਰਾਤ ਵੀ ਗੱਲ ਕਰ ਰਹੇ ਸੀ ਕਿ ਉਹ ਮੋਹਰ ਆ। ਉਹਦੇ ਤੋਂ ਬਿਨਾਂ ਭਗਤੀ ਅਧੂਰੀ ਆ, ਕਿਸੇ ਵੀ ਕੰਮ ਦੀ ਨਹੀਂ ਆ। ਹਾਲੇਲੂਇਆ। ਕਿਸੇ ਵੀ ਕੰਮ ਦੀ ਭਗਤੀ ਨਹੀਂ ਆ। ਆਓ ਆਪਾਂ ਥੋੜੀ ਦੇਰ ਇਸ ਸਵਾਲ ਦੇ ਉੱਤੇ ਝਾਤੀ ਮਾਰਦੇ ਆ, ਥੋੜਾ ਦੇਖਦੇ ਆ। ਤੁਹਾਨੂੰ ਪਤਾ ਕਿ ਜਦੋਂ ਕੋਈ ਭੈਣ ਭਰਾ ਨੇਚਾ ਕਰਦਾ ਆ ਕਿਹਦੇ ਤੇ ਭਲਾ? ਪ੍ਰਭੂ ਯਿਸੂ ਮਸੀਹ ਤੇ। ਪ੍ਰਭੂ ਯਿਸੂ ਮਸੀਹ ਕੀ ਆ? ਉਹ ਵਚਨ ਆ, ਉਹ ਇੱਕ ਜੀਵਨ ਆ। ਜਦੋਂ ਕਿ ਅਸੀਂ ਨੇਚਾ ਕਰਦੇ ਆ ਤੇ ਫਿਰ ਸਾਨੂੰ ਪਵਿੱਤਰ ਆਤਮਾ ਮਿਲਣਾ ਚਾਹੀਦਾ ਆ। ਜੇ ਪਵਿੱਤਰ ਆਤਮਾ ਨਹੀਂ ਮਿਲਿਆ ਤੇ ਸਮਝ ਲਓ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਵਚਨ ਦੇ ਉੱਤੇ ਨੇਚਾ ਨਹੀਂ ਹੈ। ਹਾਲੇਲੂਇਆ। ਜਿੱਦਾਂ ਭਾਈ ਜੀ ਕਹਿ ਰਹੇ ਸੀ, ਵਚਨ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ। ਔਰ ਤੁਹਾਨੂੰ ਪਤਾ
पाप की है? पाप की है? वचन की बेप्रतीति तो पाप है। हालेलुया। मान लो कि वचन नूं मन्निया ते साडे कोल पवित्र आत्मा होना चाहिए है, और जे पवित्र आत्मा नहीं है तो असी पापी हैं, असी अधूरे हैं, असफल हैं, किसी भी काम जोगे नहीं है। हालेलुया। और मैं तुहानूं कुछ ऑप्शन दसदा हां कि जदों असी प्रभु यीशु मसीह नूं ग्रहण कर लैंदे हां, प्रभु यीशु मसीह दा वचन सानूं साफ कर दिंदा है। जिद्दां असी गीत गा रहे सी, मैं सबर दे नाल आस रखे यहोवा दे घर दा सा इंतजारी। बड़ी आस दे नाल कहंदा मैं ओदे घर दा इंतजार कर रहा सीगा। हालेलुया। क्योंकि ओने क्यों जो ओने मेरे ते तरस खा के मेरियां प्रार्थनावां ने सुन लईयां है। हालेलुया। इसलिए कहंदा मैं ओदे घर दा इंतजार कर रहा सी, है ना। ये नहीं भी पास्टर इत्थे जां एल्डर इत्थे इंतजार कर रहे हैं कि कदों को भैन भरा होण, है ना। पर ਇਹਦੇ ਵਿੱਚ मैं देखा जो पहला ਇਹਦਾ ਪਹਿਰਾ ਸੀਗਾ। हाँ, सारे ध्यान करो भी ਆਪਾਂ ਨਾ ਪ੍ਰਚਾਰ ਸਮਝਣਾ ਹੈ ਸਵਾਲ ਦਾ ਨਾ, ਇਹ ਸਮਝਣਾ ਕਿ ਅਸਲ ਦੇ ਵਿੱਚ ਕੀ ਚੱਕਰ ਹੁੰਦਾ ਹੈ। ਆਮੀਨ। ਹਾਲੇਲੂਇਆ। और जब तक ਤੁਹਾਡਾ ਧਿਆਨ ਨਹੀਂ ਹੈ ਨਾ, ਸਾਰੇ ਧਿਆਨ ਕਰਿਓ, ਇਹ ਗੱਲ ਸਮਝ ਨਹੀਂ ਜੇ ਆਉਣੀ। ਆਮੀਨ। और मैं ਚਾਹੁੰਦਾ ਹਾਂ ਕਿ ਜੇਕਰ ਆਪਣੀ ਇਹ ਪਹਿਲੀ ਸਾਲ ਦੀ ਸੰਗਤੀ ਹੈ ਨਾ, ਪਹਿਲਾ ਇਹ ਐਤਵਾਰ ਹੈ, ਤੇ ਉਹਨਾਂ ਗੱਲਾਂ ਨੂੰ ਨਾ ਪੂਰਾ ਪੱਕੀਆਂ ਕਰ ਦਈਏ। ਆਮੀਨ। कि दोबारा ना जिद्दां हुण आपां देखो कि प्रभु भोज लैके सारे साफ हो चुके हैं, है ना। आमीन। बड़े उत्साह दे नाल प्रभु भोज लिया, कईयां ने अपने अपने इकरार कीते आ, प्रभु दे नाल चलण दे वादे कीते आ, कईयां ने 10वें हिस्से दे उत्ते अपने वादे कीते आ, है ना। कीते ना? आमीन। वो कीते ना? आमीन। हालेलुया। ते फिर आपां ना इन्हां चीज़ां नूं होर पक्का कर दईए, है ना, कि वो भुलाईयां ना जा सकण। ਜਦੋਂ ਸਾਡੇ ਪ੍ਰਭੂ ਨੇ, ਔਰ ਇਹਦੇ ਵਿੱਚ ਇੱਕ ਪਹਿਰਾ ਬੋਲਿਆ ਗਿਆ, ਪਹਿਲਾ ਜਿਹੜਾ ਸੀਗਾ ਉਹ ਖਤਰੇ ਦੇ ਟੋਇਆਂ ਦੇ ਖੋਬਿਆਂ ਚੋਂ, ਟੋਇਆਂ ਦੇ ਵਿੱਚੋਂ, ਗਲਤ ਬਲਤ ਵਿਚਾਰਾਂ ਦੇ ਵਿੱਚੋਂ, ਬੁਰੀ ਜ਼ਿੰਦਗੀ ਦੇ ਵਿੱਚੋਂ, ਉਹਨਾਂ ਸਭ ਚੀਜ਼ਾਂ ਦੇ ਵਿੱਚੋਂ ਕੱਢ ਕੇ ਸਾਨੂੰ ਉਹਨੇ ਚਟਾਨ ਤੇ ਖੜਾ ਕਰ ਦਿੱਤਾ ਹੈ, है ना। हालेलुया। भाव ਉਹਨੇ ਸਾਨੂੰ ਪਾਕ ਸਾਫ਼ ਕਰ ਦਿੱਤਾ ਹੈ। ਆਮੀਨ। ਸਾਨੂੰ ਖਾਲੀ ਕਰ ਦਿੱਤਾ ਹੈ। ਆਮੀਨ। ਹਾਲੇਲੂਇਆ। ਹੁਣ ਜਦੋਂ ਕੋਈ ਚੀਜ਼ ਖਾਲੀ ਆ ਤੇ ਭੈਣੋ ਤੇ ਭਰਾ, ਉਹ ਸਦਾ ਖਾਲੀ ਨਹੀਂ ਰਹਿਣੀ ਚਾਹੀਦੀ। ਉਹਨੂੰ ਕਿਸੇ ਚੀਜ਼ ਨਾਲ ਭਰ ਦਿੱਤਾ ਜਾਣਾ ਚਾਹੀਦਾ ਹੈ। ਆਮੀਨ। ਹਾਲੇਲੂਇਆ। ਔਰ ਜ਼ਰੂਰੀ ਆ ਕਿ ਉਹ ਚੀਜ਼ ਪਵਿੱਤਰ ਆਤਮਾ ਦੇ ਨਾਲ ਭਰ ਦਿੱਤੀ ਜਾਏ। ਆਮੀਨ। ਕਿਉਂਕਿ ਬਾਈਬਲ ਬਿਆਨ ਕਰਦੀ ਆ, ਉਹ ਅਸੀਂ ਪੜ੍ਹਦੇ ਹਾਂ ਲੂਕਾ ਦੀ ਇੰਜੀਲ 11 ਅਧਿਆਏ, लूका दी अंजील 11 अध्याय ओदी 24 आयत तो इत्थे लिखा कि जब भ्रिष्ट आत्मा मनुख तो निकल गया होवे तां सुखियां थावां विच आराम ढूंढदा फिरदा है अते ना लब के आखदा है मैं मुड़ अपने घर मुड़ जावांगा जिथों निकलिया सां, अते आण के उस नूं झाड़िया सवारिया वेखदा है। तद ਉਹ ਜਾ ਕੇ ਹੋਰ 7 ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਵਸਦੇ ਹਨ, ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਆਮੀਨ। ਕਿਹਨਾਂ ਨੂੰ ਗੱਲ ਸਮਝ ਆਈ? ਆਮੀਨ। ਭੈਣ ਤੇ ਭਰਾ, ਜਦੋਂ ਨੇ ਸਾਨੂੰ ਪਾਕ ਸਾਫ਼ ਕਰ ਦਿੱਤਾ ਹੈ, ਸਾਨੂੰ ਉਹਨੇ ਖਾਲੀ ਕਰ ਦਿੱਤਾ ਹੈ, ਫਿਰ ਉਸ ਚੀਜ਼ ਨੂੰ ਖਾਲੀ ਨਾ ਰਹਿਣ ਦਿਓ, ਉਹਨੂੰ ਕਿਸੇ ਚੀਜ਼ ਨਾਲ ਭਰੋ। ਆਮੀਨ। प्रभु दे विच हो, नेड़ता दे विच वधो। आमीन। हालेलुया। हालेलुया। नहीं कि हुण चलो भी प्रभु भोज ले लिया है, हुण बस 1 साल चर्च दे विच लभना ही नहींगा। पर प्रभु दा एक नियम है कि जदों कोई चीज तुहाडे अंदरों बुरी निकलदी है, आमीन, वो सुखियां थावां लभदी है। आमीन। वो तुहाडी बुरी आदत, तुहाडे वचन तो दूर भजन दा इरादा, तुहाडे झूठ बोलण दी बुरी आदत, झूठ में मैं उन्हें एक दिन पहले दस रहा सीगा कि झूठ बोलना बड़ी खतरनाक चीज है, ये बहुत खतरनाक चीज है। और साडे युग दे नबी ने कहा कि मैं एक शराबी दे नाल रह लवांगा, पर एक झूठे बंदे नाल रहना औखा है, क्योंकि शराबी कहंदा जिद्दां दा दिसदा उदां दा तां हैगा ही है,
पर जिहड़ा झूठा बंदा आ, हालेलुया हालेलुया, जिहड़ा झूठा बंदा आ वो अंदरों खराब आ, वो अंदरों सानू धोखा देने की कोशिश आ। हालेलुया हालेलुया, पर उन्हें पता भी है कि मैं झूठा आ, तां उस गल दा साडे तो ओला कर रहा है। कहंदा असल दे विच जिहड़ा शराबी आ वो तो जिद्दां दा हैगा वो दस रहा है कि मैं शराबी हाँ, पर जिहड़ा झूठा है ना वो धोखेबाज है। धोखेबाज समझे ना, ਉਹਦੇ ਤੇ ਇਤਬਾਰ नहीं किया जा सकता। धोखेबाज का मतलब यह भी किते भी तुहाडा फायदा चक सकदा आ, वो किते भी तुहानू गुमराह कर सकदा आ, वो किते भी तुहानू किसी होर रास्ते वाल लेके जा सकदा आ। क्यों? क्योंकि वो झूठा आ। और भैणों ते भराओ, अगर साडे अंदर झूठ मारन वाला बुरा आत्मा है, अगर प्रभु ने साडे अंदरों कढ दिता है, ਅਸੀਂ कई गल्लां दा इकरार कर लिया है, प्रभु दे विच वधिया साफ तरीके नाल चलण दा इरादा बना लिया है, तो फिर आओ इन्हां चीज़ां नू प्रभु दे वचन दे नाल उस पवित्र आत्मा दे नाल मोहरबंद कर देंदे आ। आमीन। दोबारा इदां दे दुष्ट आत्मे साडी जिंदगी दे विच एंटर ना कर सकण। आमीन। हालेलुया हालेलुया, दोबारा ये चीज़ां दोबारा साडी जिंदगी दे विच साडे नाल सामने ना आ सकण। आमीन। क्योंकि गीत गाया गया कि उन्हां सारे टोयां दे खोबियां दे विचों मैनू कढ के ले आ बाहर, मैनू बाहर कढ के ले आंदा है। आमीन। और चट्टान दे उत्ते मेरे पैर रख दिते आ। ये वधिया गल है। हालेलुया हालेलुया, ये नहीं कि असि चलो एक तां प्रभु भोज ले लिया और बाकियां दा हुण परवाह नहीं गई कि बाकियां दे नाल हुण की बनना है। हालेलुया, जां एक तां हुण असि संगति पहले ऐतवारी होना सीगा, हुण बाकियां दे कोई परवाह नहीं गई। भैण ते भराओ, लिखिया है कि दुष्ट आत्मियां नूं जदों कोई नहीं लभदा, फिर वो आप तो भी भैड़े दुष्ट आत्मे अपने साथी लभदा है और कहता आओ वो घर बड़ा धोता सवारिया पिया आ, वो प्रभु भोज लेके साफ कीता पिया आ, उन्हें इकरार कीता है, उहदे पाप माफ कर दिते गए आ। हालेलुया हालेलुया, किधर मेरी गल समझ आ रही है? और कहता कि जदों वो वेंदा फिरा के वसदा है और उस घर दा, उस परिवार दा, उस भैन भरा दा हाल पहला नालों भी बुरा हो जाता। आमीन। वो पहला तो कदे पिछले साल तक कदी संगति च आ जांदा सी, कदे दुआ कर लैंदा सी, हुण उहदा पता ही नहीं भी वो मसीह है। की कर बैठा भला? अब प्रभु भोज ते इकरार ही कर बैठा सी बस, अब प्रभु भोज ही लै बैठा सी बस। तुहानू पता यहूदा इस्करियोती दा ऐदां ही होया है ना, होर कईयां दे नाल ऐदां ही वापरिया। क्योंकि क्यों? उन्होंने प्रभु दे सामने तो गए, प्रभु ने धो दिता, पर उस तो बाद जिहड़ी चीज भरी जानी सी वो भरी ही नहीं, जिहड़ी मोहर लवाउणी सी वो लवाई ही नहीं। हालेलुया हालेलुया, इस बारे साडी योग दे नबी ने कहा कि जदों असीं कोई उन्हें कहा कि जदों असीं किते जाना है ना, और जदों जिद्दां कहंदा उन्हें कहा भी जदों ट्रेन दे विच कहंदा जदों गड्डी दे विच कोई समान जाना हुंदा है जां लिजाया जांदा है, एक जगह तो दूजी जगह ते पहुंचाया जांदा है, वो कहंदा घर तो ही पहला उन्होंने बड़ा वधिया तरीके दे नाल पैक कीता जांदा है कि रास्ते च किते ये खुल ना जाए। हालेलुया, और जब तक कहंदा उन्होंने सही तरीके दे नाल पैक ना कीता जाए तब तक उन्होंने उस रेल वाले डब्बे च कहंदा रखिया नहीं जांदा। हालेलुया, क्यों नहीं रखा जाता? क्योंकि वो किते समान खराब ना हो जाए जां वो टुट भज ना जाए। और कहता जो सब चीज़ां दुरुस्त तरीके दे रख दित्तियां जांदियां है, वधिया तरीके दे नाल जिद्दां चाहीदा है उदां नूं वधिया तरीके दे नाल सैट करके जो टका दिता जाता। मान लो कोई समान हुंदा जिद्दां हुण जिवें मान लो कि जो सब्जियां ही देईदियां है ना, तो टमाटर थल्ले नहीं रखे जाते है ना भारियां सब्जियां दे, क्योंकि टमाटर हल्के उन्होंने निकलियां सब्जियां ते रखा जाता है जो फिस जाने है ना। किन्ना गल समझ आ रही है? आमीन। इसी तरीके नाल नबी ने कहा कि सारा समान जो तरतीबवार रख दिता जाता है, उस तो बाद एक होर बंदे की ड्यूटी लाई जाती है जिन्होंने इंस्पैक्टर कहा जाता है, वो आउंदा है और डब्बे दे विच वड़दा है
ਵੇਖਦਾ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਤਰਤੀਬਵਾਰ ਆ, ਕੋਈ ਚੀਜ਼ ਡੁੱਲਣ ਵਾਲੀ ਤਾਂ ਨਹੀਂ, ਕੋਈ ਚੀਜ਼ ਖਰਾਬ ਕਰਨ ਵਾਲੀ ਤਾਂ ਨਹੀਂ, ਕੋਈ ਚੀਜ਼ ਏਦਾਂ ਦੀ ਤਾਂ ਨਹੀਂ ਕਿ ਮੰਨ ਲਓ ਕਿ ਅਸੀਂ ਕੋਈ ਗਲਤ ਭੈਣ ਭਰਾ ਹੈ ਉਹਨੂੰ ਅੰਦਰ ਲੈ ਲਿਆ ਆ, ਉਹ ਖਰਾਬ ਕਰ ਦੂਗਾ, ਉਹ ਬਾਕੀਆਂ ਨੂੰ ਵੀ ਜਿੱਦਾਂ ਗਲਤ ਸਿੱਖਿਆ ਦੇ ਵੱਲ ਮੋੜ ਕੇ ਲੈ ਕੇ ਜਾਣ ਵਾਲਾ ਆ। ਹਾਲੇਲੂਇਆ। ਔਰ ਕਹਿੰਦੇ ਜਦੋਂ ਸਾਰੀਆਂ ਚੀਜ਼ਾਂ ਦੇਖ ਲੈਂਦਾ ਕਿ ਸਾਰੀਆਂ ਚੀਜ਼ਾਂ ਸੈੱਟ ਆ, ਫਿਰ ਬਾਹਰ ਨਿਕਲਦਾ, ਦਰਵਾਜ਼ਾ ਲਾਉਂਦਾ ਔਰ ਉਸ ਡੱਬੇ ਦੇ ਉੱਤੇ ਮੋਹਰ ਲਾ ਦਿੰਦਾ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਨਬੀ ਨੇ ਕਿਹਾ ਇਸੇ ਤਰੀਕੇ ਨਾਲ ਜਦੋਂ ਅਸੀਂ ਪ੍ਰਭੂ ਦੇ ਸਾਹਮਣੇ ਆਉਂਦੇ ਆ, ਜਦੋਂ ਸਾਰੀਆਂ ਗੱਲਾਂ ਦੇ ਵਿੱਚ ਸਹੀ ਆ, ਜਦੋਂ ਪ੍ਰਾਰਥਨਾ ਦੇ ਵਿੱਚ ਪ੍ਰਭੂ ਦੇ ਵਿੱਚ ਜਿਹੜੇ ਅਸੀਂ ਵਾਅਦੇ ਕੀਤੇ ਉਹਨਾਂ ਵਾਅਦਿਆਂ ਦੇ ਉੱਤੇ ਪੱਕੇ ਰਹਿਣ ਵਾਲੇ ਆ, ਆਪਣੀ ਇਕਰਾਰ ਦੇ ਉੱਤੇ ਪੱਕੇ ਠਹਿਰਨ ਵਾਲੇ ਆ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਪ੍ਰਭੂ ਯਿਸੂ ਮਸੀਹ ਉਹਨੇ ਵਾਅਦਾ ਕੀਤਾ ਆ ਕਿ ਮੈਂ ਆਉਂਦਾ ਆ। ਆਮੀਨ। ਜਿੱਥੇ ਤੁਸੀਂ 2 ਜਾਂ 3 ਹੁੰਦੇ ਹੋ, ਫਿਰ ਜਦੋਂ ਆਉਂਦਾ ਆ ਤੂੰ ਐਵੇਂ ਨਹੀਂ ਆਉਂਦਾ, ਉਹ ਸਾਨੂੰ ਮੋਹਰ ਬੰਦ ਕਰਨ ਦੇ ਲਈ ਆਉਂਦਾ ਹੈ। ਆਮੀਨ। ਸਾਡੇ ਉੱਤੇ ਆਪਣੇ ਪਵਿੱਤਰ ਆਤਮਾ ਦੀ ਮੋਹਰ ਲਾਉਣ ਦੇ ਲਈ ਆਉਂਦਾ ਆ। ਆਮੀਨ। ਹਾਲੇਲੂਇਆ। ਤਾਂ ਜੋ ਦੁਬਾਰਾ ਕੋਈ ਦੁਸ਼ਟ ਆਤਮਾ, ਦੁਬਾਰਾ ਕੋਈ ਬੁਰੀ ਗੱਲ, ਦੁਬਾਰਾ ਕੋਈ ਬੁਰੀ ਆਦਤ ਐਂਟਰ ਨਾ ਕਰ ਸਕੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਕਿ ਪਵਿੱਤਰ ਆਤਮਾ ਕਾਹਦੇ ਲਈ ਆਉਂਦਾ ਹੈ? ਸਾਨੂੰ ਬਿਹਤਰ ਬਣਾਉਣ ਦੇ ਲਈ, ਸਾਨੂੰ ਦਰੁਸਤ ਤਰੀਕੇ ਨਾਲ ਖਿਲਾਰਨ ਦੇ ਲਈ। ਹਾਲੇਲੂਇਆ। ਕਈ ਵਾਰ ਅਸੀਂ ਲੱਗਦਾ ਆ ਕਿ ਬਸ ਜਿੱਦਾਂ ਸਾਡੇ ਕੋਲੇ ਅਸੀਂ ਦਰੁਸਤ ਆ, ਅਸੀਂ ਵਧੀਆ ਆ। ਔਰ ਇਹ ਵੀ ਮੈਂ ਦੇਖਿਆ ਕਈ ਵਾਰ ਭੈਣ ਭਰਾ ਉਸ ਅਸਲੀ ਗੱਲ ਤੇ ਨਹੀਂ ਹੋਣਾ ਚਾਹੁੰਦੇ। ਅਸਲੀ ਗੱਲ ਪਤਾ ਕਿੱਦਾਂ? ਜੋ ਅਸਲੀ ਦਵਾਈ ਆ, ਜੋ ਖਾਣੀ ਚਾਹੀਦੀ ਹੈ ਕਿਸੇ ਪ੍ਰੋਬਲਮ ਤੋਂ, ਸਮਝ ਲੱਗੀ? ਜਿੱਦਾਂ ਮੰਨ ਲਓ ਕਿ ਬੁਖਾਰ ਹੋ ਗਿਆ ਨਾ, जब मान लो जुकाम हो गया है ना, तो डॉक्टर को चेकअप नहीं करवाना चाहते, क्योंकि डॉक्टर ने इंजेक्शन लाना है। जे लोड़ पई उन्हें इंजेक्शन लाना है, लोड़ पई तो उन्हें भाप दवानी है, लोड़ पई तो उन्हें कुछ दवाइयां लिखनिया है जिहदे विच उन्हें दर्द भी हो सकता है, जिहदे विच उन्हें थोड़ी जेब भी ढिली करनी पैनी है, जिहदे विच होर ते होर ਉਹਨੂੰ ਸਮਾਂ ਦੇਣਾ ਪੈਣਾ ਹੈ ਡਾਕਟਰ ਦੇ ਕੋਲ ਪਹੁੰਚ ਕਰਨ ਦਾ। ਪਰ ਉਹ ਭੈਣ ਭਰਾ ਪਤਾ ਕੀ, ਮੰਨ ਲਓ ਜਿਹਨੂੰ ਜ਼ੁਕਾਮ ਹੋਇਆ ਹੈ, ਡਾਕਟਰ ਕੋਲ ਜਾਣ ਦੀ ਬਜਾਏ ਕਹਿੰਦੇ ਕੋਈ ਘਰੇਲੂ ਨੁਸਖਾ ਹੀ ਅਪਣਾ ਲੈਂਦੇ ਆ। ਮੈਂ ਨਹੀਂ ਕਹਿੰਦਾ ਘਰੇਲੂ ਨੁਸਖੇ ਕਈ ਵਾਰ ਬੜੇ ਵਧੀਆ ਫਿੱਟ ਹੁੰਦੇ ਆ, ਪਰ ਮੈਂ ਗੱਲ ਜਿਸ ਪੁਆਇੰਟ ਤੇ ਕਰਨਾ ਚਾਹੁੰਦਾ ਉਸ ਪੁਆਇੰਟ ਤੇ ਸਮਝੋ ਇਸ ਗੱਲ ਨੂੰ। ਜਦੋਂ ਕੋਈ ਪ੍ਰੋਬਲਮ ਆਉਂਦੀ ਉਹ ਪਾਸਟਰ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ, ਆਪ ਹੀ ਹੱਲ ਲੱਭਣ ਦੀ ਕੋਸ਼ਿਸ਼ ਚ ਰਹਿਣਗੇ, ਆਪ ਹੀ ਆਪਣੇ ਤਰੀਕੇ ਨਾਲ ਕਹਿਣਗੇ ਕਿ ਚਲੋ ਹੱਲ ਕੱਢ ਲੈਂਦੇ ਆ, ਕਿਉਂਕਿ ਪਾਸਟਰ ਨੇ ਦੱਸਣਾ ਵੀ ਵਚਨ ਚ ਏਦਾਂ ਹੋਇਆ ਸੀ ਕਿਸੇ ਨਾਲ, ਉਹਨੇ ਏਦਾਂ ਦਾ ਕੀਤਾ, ਉਹਦਾ ਹੱਲ ਨਿਕਲ ਗਿਆ, ਔਰ ਹੱਲ ਏਦਾਂ ਦਾ ਨਿਕਲਿਆ ਕਿ ਪ੍ਰਭੂ ਨੇ ਉਹਦਾ ਹੱਲ ਕੱਢਿਆ। ਹਾਲੇਲੂਇਆ। ਤੇਰਾ ਵੀ ਏਦਾਂ ਹੱਲ ਨਿਕਲਣਾ ਹੀ। ਕਿਹਨਾਂ ਨੂੰ ਗੱਲ ਸਮਝ ਆਈ? ਪਰ ਉਹ ਆਤਮੇ ਉਧਰ ਵੱਲ ਜਾਣ ਹੀ ਨਹੀਂ ਦੇਣਾ ਚਾਹੁੰਦੇ, ਉਹ ਪ੍ਰਭੂ ਦੇ ਵਿੱਚ ਟਾਈਮ ਕੱਢਣ ਹੀ ਨਹੀਂ ਦੇਣਾ ਚਾਹੁੰਦੇ, ਉਹ ਪ੍ਰਭੂ ਦੇ ਪਵਿੱਤਰ ਆਤਮਾ ਦੇ ਨਾਲ ਉਸ ਭੈਣ ਭਰਾ ਨੂੰ ਮੋਹਰ ਬੰਦ ਹੋਣ ਹੀ ਨਹੀਂ ਦੇਣਾ ਚਾਹੁੰਦੇ। ਹਾਲੇਲੂਇਆ। ਔਰ ਭੈਣੋ ਤੇ ਭਰਾਓ, ਮੈਂ ਇਸੇ ਪੌਲਸ ਦੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਜਿਹੜਾ ਅੱਜ ਕਈਆਂ ਲੋਕਾਂ ਨੂੰ ਇਹ ਸਵਾਲ ਕਰ ਰਿਹਾ ਆ, ਕਹਿੰਦਾ ਕਿ ਜਦ ਤੋਂ ਤੁਸੀਂ ਨੇਚਾ ਕੀਤੀ ਤਾਂ ਕੀ ਪਵਿੱਤਰ ਆਤਮਾ ਤੁਹਾਨੂੰ ਮਿਲਿਆ? ਇੱਕ ਦਿਨ ਇਹ ਵੀ ਕਈ ਏਦਾਂ ਦੇ ਆਤਮਾ ਦੇ ਨਾਲ ਗ੍ਰਸਤ ਸੀਗਾ, ਇਹਦੇ ਕੋਲ ਗਿਆਨ ਦਾ ਬੜਾ ਬੁਰਾ ਆਤਮਾ ਸੀਗਾ, ਇਹਨੂੰ ਲੱਗਦਾ ਸੀਗਾ ਕਿ ਮੇਰੇ ਕੋਲ ਜਿੱਦਾਂ ਦਾ ਗਿਆਨ ਆ ਮੇਰੀ ਕੋਈ ਬੰਦਾ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੰਨਾ ਪੜ੍ਹਿਆ ਲਿਖਿਆ ਆ, ਜਿੰਨਾ ਮੇਰਾ ਉੱਚ ਕੋਟੀ ਦਾ ਖਾਨਦਾਨ ਆ, ਜਿੰਨਾ ਮੇਰੇ ਕੋਲ ਪੈਸਾ ਆ, ਜਿੰਨੀ ਮੇਰੇ ਕੋਲ ਪਾਵਰ ਆ। ਹਾਲੇਲੂਇਆ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਉਹਨੂੰ ਬੜਾ ਮਾਣ ਸੀਗਾ, ਔਰ ਐਡੀ ਅਣਖ ਦੇ ਨਾਲ, ਐਡੇ ਗੁੱਸੇ ਦੇ ਨਾਲ ਭਰਿਆ ਬੰਦਾ ਕਿਸੇ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਹੈ। ਅਗਰ ਤੁਹਾਨੂੰ ਵੀ ਆਪਣੇ ਵਿੱਚ ਕੋਈ ਲੱਭੇ ਏਦਾਂ ਦਾ, ਤੇ ਸਮਝ ਲਓ ਕਿ ਉਹ ਆਤਮਾ ਤੋਂ ਖਾਲੀ ਹੈ, ਹਾਲੇ ਦਮਿਸ਼ਕ ਦੇ ਰਾਹ ਤੇ ਮੁਲਾਕਾਤ ਹੋਈ ਨਹੀਂ ਹੈ, ਹਾਲੇ ਪੁੱਤਰ ਆਤਮਾ ਦੇ ਨਾਲ ਮੋਹਰ ਬੰਦ ਕੀਤਾ ਹੀ ਨਹੀਂ ਗਿਆ, ਹਾਲੇ ਤਾਂ ਵੱਡਾ ਸਾਰਾ ਕੁਹਾੜਾ ਹੀ ਆ ਹੱਥ 'ਚ।
ਜਿਹਨੂੰ ਫੜਦਾ ਬਸ ਫੇਰਦਾ ਹੀ ਫਿਰਦਾ ਆ, ਹਨਾ। ਅੱਜ ਵੀ ਕਈ ਏਦਾਂ ਦੇ ਆਤਮੇ ਨਾਲ ਗ੍ਰਸਤ ਆ। ਔਰ ਸਾਡੇ ਯੁੱਗ ਦੇ ਨਬੀ ਨੇ ਕਿਹਾ ਕਿ ਇਹ ਆਤਮੇ ਯੁੱਗਾਂ ਤੋਂ ਸਫ਼ਰ ਕਰਦੇ ਕਰਦੇ, ਯੁੱਗਾਂ ਦੇ ਵਿੱਚ ਸਫ਼ਰ ਕਰਦੇ ਕਰਦੇ ਨਿਕਲ ਆਏ ਇੱਥੇ ਤੱਕ। ਅੱਜ ਵੀ ਉਦਾਂ ਦੀ ਆਤਮੇ ਕੰਮ ਕਰ ਰਹੇ ਆ ਜਿੱਦਾਂ ਦੇ ਆਤਮਿਆਂ ਨਾਲ ਇੱਕ ਦਿਨ ਸੌਲਸ ਗ੍ਰਸਤ ਸੀਗਾ। ਆਓ ਅਸੀਂ ਥੋੜਾ ਪੜ੍ਹਦੇ ਹਾਂ। ਪਤਾ ਲੱਗਦਾ ਹੈ ਕਿ ਜਦੋਂ ਸੌਲਸ ਇਹਨਾਂ ਗੱਲਾਂ ਦੇ ਬਾਰੇ ਗ੍ਰਸਤ ਸੀਗਾ, ਰਸੂਲ ਅਕਰਮ 9 ਅਧਿਆਏ, ਔਰ ਇਹਨੂੰ ਆਪਣੇ ਉਸ ਹੰਕਾਰ ਦੇ ਘੋੜੇ ਤੋਂ ਪ੍ਰਭੂ ਯਿਸੂ ਮਸੀਹ ਨੇ ਥੱਲੇ ਸੁੱਟ ਦਿੱਤਾ। ਹਾਲੇਲੂਇਆ। ਹੰਕਾਰ ਪਤਾ ਕਿਹੜਾ? ਅੱਜ ਉਹ ਹੰਕਾਰ ਵਾਲਾ ਆਤਮਾ ਪਤਾ ਕੀ ਕਰਦਾ? ਸਾਨੂੰ ਵਚਨ ਨਹੀਂ ਪੜਨ ਦੇਣਾ ਚਾਹੁੰਦਾ, ਸਾਨੂੰ ਵਚਨ ਦੀਆਂ ਲਿਖਤਾਂ ਤੋਂ ਦੂਰ ਭਜਾਉਂਦਾ ਆ। ਹਾਲੇਲੂਇਆ ਹਾਲੇਲੂਇਆ। ਉਹ ਕਹਿੰਦਾ ਜਿੱਦਾਂ ਮੈਂ ਚੱਲ ਰਿਹਾ ਬਸ ਸਭ ਕੁਝ ਠੀਕ ਹੀ ਆ, ਮੈਨੂੰ ਕਾਸੇ ਦੀ ਲੋੜ ਨਹੀਂ ਆ। ਔਰ ਪਵਿੱਤਰ ਆਤਮਾ ਕਹਿੰਦਾ ਨਾ ਤੂੰ ਤੱਤਾ ਆ ਤੇ ਨਾ ਤੂੰ ਠੰਡਾ ਆ, ਤੂੰ ਸੀਲ ਗਰਮ ਆ। ਔਰ ਕਹਿੰਦਾ ਇਹ ਨਹੀਂ ਜਾਣਦਾ ਕਿ ਤੂੰ ਅੰਨਾ, ਨੰਗਾ, ਮੰਦਭਾਗੀ, ਕੰਗਾਲ ਆ। ਔਰ ਕਹਿੰਦਾ ਤੂੰ ਸੋਚਦਾ ਤੂੰ ਬੜੀ ਮਾਇਆ ਜੋੜੀ ਆ, ਤੇਰੇ ਕੋਲ ਬੜਾ ਗਿਆਨ ਆ, ਤੇਰੇ ਕੋਲ ਬੜਾ ਹੰਕਾਰ ਆ। ਹਾਲੇਲੂਇਆ। ਭੈਣਾਂ ਤੇ ਭਰਾਓ, ਪ੍ਰਭੂ ਤੋਂ ਵਚਨ ਤੋਂ ਦੂਰ ਲਿਜਾਣ ਵਾਲੀਆਂ ਚੀਜ਼ਾਂ ਇਹ ਦੁਸ਼ਟ ਆਤਮੇ ਆ। ਔਰ ਜ਼ਰੂਰ ਚਾਹੀਦਾ ਆ ਕਿ ਅੱਜ ਵੀ ਕੋਈ ਸੌਲਸ ਉਸ ਹੰਕਾਰ ਦੇ ਘੋੜੇ ਤੋਂ ਡੇਗਿਆ ਜਾਏ। ਅੱਜ ਵੀ ਕਈਆਂ ਦਾ ਗਿਆਨ ਚੱਕਣਾ ਚੂਰ ਹੋ ਜਾਏ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਲਿਖਾਈ ਦੇ ਉੱਤੇ ਬੜਾ ਮਾਣ ਆ। ਉਹਨਾਂ ਦਾ ਮਾਣ ਪਵਿੱਤਰ ਆਤਮਾ ਸਭ ਕੁਝ ਤੋੜ ਦਿੰਦਾ ਆ। ਹਾਲੇਲੂਇਆ। ਪਵਿੱਤਰ ਆਤਮਾ ਸਭ ਚੀਜ਼ਾਂ ਨੂੰ ਉਜਾਗਰ ਕਰ ਦਿੰਦਾ ਆ। ਤੂੰ ਸੋਚਦਾ ਬੜੀ ਮਾਇਆ ਜੋੜੀ ਆ, ਪਰ ਇਹ ਨਹੀਂ ਜਾਣਦਾ ਤੂੰ ਤਾਂ ਨੰਗਾ ਆ, ਤੂੰ ਅੰਨਾ ਆ, ਤੂੰ ਕੰਗਾਲ ਆ, ਤੂੰ ਮੰਦਭਾਗੀ ਆ। ਮੰਦਭਾਗੀ ਦਾ ਮਤਲਬ ਕਿੱਦਾਂ ਦਾ ਭਲਾ? ਤੇਰੀ ਕਿਸਮਤ ਹੀ ਨਹੀਂ ਹੈਗੀ ਤੂੰ ਉਹਨੂੰ ਪਾ ਸਕੇ। ਹਾਲੇਲੂਇਆ। ਪਰ ਕਹਿੰਦਾ ਮੇਰੀ ਸਲਾਹ ਹੀ ਆ, ਅੱਗ ਦੇ ਵਿੱਚ ਤਾਇਆ ਹੋਇਆ ਸੋਨਾ ਮੈਥੋਂ ਮੁੱਲ ਲੈ ਲੈ। ਭੈਣਾਂ ਤੇ ਭਰਾਓ, ਇਹ ਚੀਜ਼ ਦਾ ਕੋਈ ਮੁੱਲ ਆ, ਇਹ ਫ੍ਰੀ ਚ ਨਹੀਂ ਗਈ। ਹਾਲੇਲੂਇਆ। ਪਰ ਇਹਦਾ ਮੁੱਲ ਤੁਹਾਨੂੰ ਤੇ ਮੈਨੂੰ ਭਰਨਾ ਹੀ ਪੈਣਾ ਆ। ਹਾਲੇਲੂਇਆ। ਉਹ ਕਹਿੰਦਾ ਆ ਸੁਰਮਾ ਮੈਥੋਂ ਲੈ ਲੈ ਤਾਂ ਜੋ ਤੂੰ ਸੁਜਾਖਾ ਹੋ ਜਾਏ। ਹਾਲੇਲੂਇਆ। ਭੈਣਾਂ ਤੇ ਭਰਾਓ, ਵਚਨ ਆ, ਇਹ ਪਵਿੱਤਰ ਆਤਮਾ ਆ। ਜਦ ਅਸੀਂ ਪ੍ਰਭੂ ਦੇ ਸਾਹਮਣੇ ਆਉਂਦੇ ਆ ਤੇ ਸਾਨੂੰ ਇਹਦੇ ਨਾਲ ਭਰਨਾ ਹੀ ਪੈਣਾ ਆ। ਸਾਨੂੰ ਉਹ ਸੁਰਮਾ ਲੈਣਾ ਹੀ ਪੈਣਾ ਆ। ਸਾਨੂੰ ਅੱਗ ਦੇ ਵਿੱਚ ਤਾਇਆ ਸੋਨਾ ਲੈਣਾ ਹੀ ਪੈਣਾ ਆ। ਉਸ ਤੋਂ ਬਿਨਾਂ ਭਾਵੇਂ ਅਸੀਂ ਕਹੀਏ ਕਿ ਸਾਡੇ ਕੋਲ ਬੜੇ ਸਾਲਾਂ ਦਾ ਤਜਰਬਾ ਆ, ਅਸੀਂ ਬੜੇ ਪੁਰਾਣੇ ਮਸੀਹ ਆ, ਅਸੀਂ ਬੜੇ ਸਾਡਾ ਖਾਨਦਾਨ ਹੀ ਮਸੀਹਾਂ ਦਾ ਆ। ਹਾਲੇਲੂਇਆ। ਅਸੀਂ ਫਲਾਣੇ ਤੇ ਦੁਆ ਕੀਤੀ, ਉਹ ਪ੍ਰਾਰਥਨਾ ਸੁਣ ਲਈ ਗਈ। ਭਰਾਵਾ ਇਹਦੇ ਨਾਲ ਗੱਲ ਨਹੀਂ ਬਣਨੀ। ਦੱਸ ਪਵਿੱਤਰ ਆਤਮਾ ਪਾਇਆ ਕਿ ਨਹੀਂ ਪਾਇਆ? ਆ ਚੀਜ਼ ਜਿਹੜੀ ਅਸਲ ਚ ਆ ਤੇਰੇ ਕੋਲ ਹੈਗੀ ਕਿ ਨਹੀਂ ਆਏਗੀ? ਪ੍ਰਭੂ ਹੋਰ ਕਿਸੇ ਚੀਜ਼ ਦੀ ਪਛਾਣ ਨਹੀਂ ਚਾਹੁੰਦਾ। ਉਹਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਕਿ ਤੇਰੇ ਕੋਲ ਕਿੰਨਾ ਗਿਆਨ ਆ, ਤੇਰੇ ਕੋਲ ਕਿੰਨੀ ਪੜ੍ਹਾਈ ਲਿਖਾਈ ਆ, ਤੇਰੇ ਕੋਲ ਕਿੰਨੇ ਚਮਤਕਾਰਾਂ ਦੀ ਗਵਾਹੀ ਆ। ਏਦਾਂ ਦੀ ਕੋਈ ਚੀਜ਼ ਨਹੀਂ ਚਾਹੀਦੀ। ਅਸਲ ਚੀਜ਼ ਚਾਹੀਦੀ ਆ। ਪਰ ਹੋਇਆ ਪਵਿੱਤਰ ਆਤਮਾ। ਹਾਲੇਲੂਇਆ। ਜੇਕਰ ਉਹ ਨਹੀਂ ਆ ਤਾਂ ਸਭ ਚੀਜ਼ਾਂ ਦੂਰ ਜਾਇਆ। ਹਾਲੇਲੂਇਆ। ਆਪਾਂ ਦੇ ਲਈ ਤੁਹਾਨੂੰ ਖਾਲੀ ਹੋਣਾ ਹੀ ਪੈਣਾ ਆ। ਤੁਹਾਨੂੰ ਆਪਣੀ ਜਗ੍ਹਾ ਤੇ ਖਲੋਣਾ ਹੀ ਪੈਣਾ ਆ। ਹਾਲੇਲੂਇਆ। ਤੁਹਾਨੂੰ ਆਪਣੇ ਜੀਵਨ ਤੋਂ ਅਸਰਦਾਰ ਗਵਾਹੀ ਪ੍ਰਗਟ ਕਰਨੀ ਹੀ ਪੈਣੀ ਆ। ਹਾਲੇਲੂਇਆ। ਕਿੰਨੀ ਬਿਹਤਰ ਗੱਲ ਆ। ਅਸੀਂ ਪ੍ਰਭੂ ਚ ਆਏ, ਪਵਿੱਤਰ ਆਤਮਾ ਮਿਲਿਆ ਕਿ ਨਹੀਂ ਮਿਲਿਆ? ਨਹੀਂ ਮਿਲਿਆ ਤਾਂ ਗੱਲ ਅਧੂਰੀ ਆ। ਅਸਾਂ ਫੜਿਆ। ਹਾਲੇਲੂਇਆ। ਇਹਦੇ ਸਾਨੂੰ ਪਤਾ ਲੱਗਦਾ ਆ ਕਿ ਜਦੋਂ ਪੌਲਸ ਪ੍ਰਭੂ ਦੇ ਸਾਹਮਣੇ ਆਉਂਦਾ ਆ
और पौलुस ਨੂੰ प्रभु कहता कि हे सौलस तू मैनू क्यों सताਉਂਦਾ ਆ ਇਹਨਾਂ ਨੂੰ ਸਤਾ ਰਿਹਾ ਆ कुछ मसीहा ਨੂੰ ਸਤਾ ਰਿਹਾ ਆ आमेन पर प्रभु यीशु मसीह की कह रहा तू मैनू सता रहा आ ਇਹਦਾ मतलब कि ਜਿਹੜਾ ਕੋਈ प्रभु ਦੇ ਲੋਕਾਂ ਨੂੰ ਸਤਾਉਂਦਾ ਆ ਉਹ प्रभु ਨੂੰ ਸਤਾਉਂਦਾ ਆ ਜਿਹੜਾ ਕੋਈ प्रभु ਦੇ ਲੋਕਾਂ ਨੂੰ ਗੁੱਸਾ ਦਿਵਾਉਂਦਾ ਆ ਉਹ प्रभु ਨੂੰ ਗੁੱਸਾ ਦਿਵਾ ਰਿਹਾ ਹੁੰਦਾ ਆ ਹਾਲੇਲੂਇਆ ਹਾਲੇਲੂਇਆ ਇਹਨਾਂ ਨੂੰ ਗੱਲ ਸਮਝ ਆ ਰਹੀ ਹੈ ਆਮੀਨ ਜਿਹੜਾ ਕੋਈ ਬਚਨ ਦੇ ਨਾਲ ਛੇੜਛਾੜ ਕਰ ਰਿਹਾ ਹੁੰਦਾ ਆ ਉਹ प्रभु ਦੇ ਨਾਲ ਛੇੜਛਾੜ ਕਰ ਰਿਹਾ ਹੁੰਦਾ ਆ ਆਮੀਨ ਜਿਹੜਾ प्रभु ਦੇ ਲੋਕਾਂ ਨੂੰ ਮਜ਼ਾਕ ਕਰਦਾ ਆ ਉਹ प्रभु ਨੂੰ ਕਰ ਰਿਹਾ ਹੁੰਦਾ ਆ ਆਮੀਨ ਹਾਲੇਲੂਇਆ ਹਾਲੇਲੂਇਆ ਜਿਹੜਾ प्रभु ਦੇ ਲੋਕਾਂ ਨੂੰ ਅਣਦੇਖਾ ਕਰ ਰਿਹਾ ਹੁੰਦਾ ਆ ਆਮੀਨ ਉਹ ਸਮਝੋ ਕਿ प्रभु ਨੂੰ ਅਣਦੇਖਾ ਕਰ ਰਿਹਾ ਹੁੰਦਾ ਆ ਆਮੀਨ ਹਾਲੇਲੂਇਆ ਹਾਲੇਲੂਇਆ प्रभु ਦੇ ਲੋਕਾਂ ਤੋਂ ਨਫ਼ਰਤ ਕਰ ਰਿਹਾ ਹੁੰਦਾ ਆ ਉਹ ਸਮਝੋ ਕਿ प्रभु ਤੋਂ ਨਫ਼ਰਤ ਕਰ ਰਿਹਾ ਹੁੰਦਾ ਆ ਆਮੀਨ ਜੋ ਕੁਝ ਤੁਸੀਂ प्रभु ਦੇ ਲੋਕਾਂ ਦੇ ਨਾਲ ਕਰੋਗੇ ਸਮਝੋ ਤੁਸੀਂ प्रभु ਦੇ ਨਾਲ ਕਰ ਰਹੇ ਹੋ ਆਮੀਨ ਮੈਨੂੰ ਜੈਨਸੀ ਦੀ ਨਹੀਂ ਬੁਲਾਉਣੀ ਕਿਹਨੂੰ ਨਹੀਂ ਬੁਲਾ ਰਹੇ ਹੁੰਦੇ प्रभु ਨੂੰ ਨਹੀਂ ਬੁਲਾਉਣਾ ਚਾਹ ਰਹੇ ਮੈਂ ਤੇ ਪੈਰ ਨਹੀਂ ਧੋ ਸਕਦਾ ਕਿਹਨਾਂ ਨੂੰ ਗੱਲ ਸਮਝ ਆ ਰਹੀ ਆਮੀਨ ਇਸ ਪਵਿੱਤਰ ਆਤਮਾ ਤੋਂ ਖਾਲੀ ਸਕਦੀਆਂ ਆ ਆਮੀਨ ਉਹ ਭੈਣ ਭਰਾ ਉਹ ਪਵਿੱਤਰ ਆਤਮਾ ਤੋਂ ਖਾਲੀ ਘੁੰਮ ਰਹੇ ਆ ਆਮੀਨ ਜਿਹੜੇ ਇੱਕ ਚਰਚ ਦੇ ਵਿੱਚ ਆ ਕੇ ਵੀ ਇੱਕ ਦੂਸਰੇ ਨੂੰ ਜੈਮਸੀ ਦੀ ਨਹੀਂ ਬੁਲਾ ਸਕਦੇ ਆਮੀਨ ਇੱਕ ਦੇਹ ਦਾ ਹਿੱਸਾ ਤਾਂ ਕਹਿ ਸਕਦੇ ਆ ਪਰ ਤਾਂ ਵੀ ਇੱਕ ਅੰਗ ਦੂਸਰੇ ਅੰਗ ਤੋਂ ਵੈਰ ਕਰ ਰਿਹਾ ਆ ਆਮੀਨ ਉਹ ਕਹਿੰਦਾ ਕਿ ਜਿਹੜੇ ਸਰੀਰ ਤੋਂ ਜੰਮੇ ਉਹ ਸਰੀਰ ਹੈ ਕਿਆ ਆਮੀਨ ਪਰ ਜਿਹੜੀ ਆਤਮਾ ਤੋਂ ਜੰਮੇ ਉਹ ਆਤਮਾ ਕਿਆ ਆਮੀਨ ਆਤਮਾ ਕਿਆ ਉਹ ਬਾਹਰੀਆਂ ਗੱਲਾਂ ਨੂੰ ਚਿੱਤ ਲਾਉਂਦੇ ਆ ਜਿਹੜੇ ਧਰਤੀ ਦੇ ਆ ਉਹ ਧਰਤੀ ਦੀਆਂ ਲੜਾਈਆਂ ਦੇ ਵਿੱਚ ਜਿੱਤ ਲਾਈ ਜਾ ਰਹੇ ਆ ਆਮੀਨ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ ਆਮੀਨ ਕਹਿੰਦੇ ਭਰਾ ਜਦੋਂ ਤੋਂ ਅਸੀਂ ਪ੍ਰਭੂ ਚਾਹੇ ਸਾਨੂੰ ਅਸਲੀ ਜਗ੍ਹਾ ਤੇ ਖੜੇ ਹੋਣਾ ਹੀ ਪੈਣਾ ਹੈ ਆਮੀਨ ਜੇ ਅਸੀਂ ਪ੍ਰਭੂ ਦੇ ਵਿੱਚ ਇਕਰਾਰਨਾਮੇ ਕੀਤੇ ਆ ਜੇ ਅਸੀਂ ਪ੍ਰਭੂ ਦੇ ਵਿੱਚ ਚੱਲਣ ਦੇ ਸਾਰੇ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਤੇ ਬਰਕਰਾਰ ਖੜਨਾ ਹੀ ਪੈਣਾ ਹੈ ਆਮੀਨ ਤੁਹਾਨੂੰ ਪ੍ਰਭੂ ਆਪਣੀ ਆਤਮਾ ਦੇ ਨਾਲ ਭਰ ਦੇਗਾ ਆਮੀਨ ਹਾਲੇਲੂਇਆ ਹਾਲੇਲੂਇਆ ਜਦੋਂ ਇਸ ਸੌਲਸ ਦਾ ਸਾਹਮਣਾ ਉਸ ਮਹਾਨ ਜੋਤ ਦੇ ਨਾਲ ਹੋਇਆ ਉਸ ਅੱਗ ਦੇ ਖੰਭੇ ਦੇ ਨਾਲ ਇਹਦੀ ਮੁਲਾਕਾਤ ਹੋਈ ਉਸ ਅੱਗ ਦੇ ਖੰਭੇ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਆਮੀਨ ਹਾਲੇਲੂਇਆ ਹਾਲੇਲੂਇਆ ਉਹ ਸਾਰਾ ਗਿਆਨ ਕਿੱਧਰ ਗਿਆ ਪਤਾ ਹੀ ਨਹੀਂ ਚੱਲਿਆ ਆਮੀਨ ਉਹ ਸਾਰੀ ਅਣਖ ਲੋਕਾਂ ਨੂੰ ਦੁੱਖ ਦੇਣ ਵਾਲੀ ਕਿੱਧਰ ਗਈ ਪਤਾ ਹੀ ਨਹੀਂ ਚੱਲਿਆ ਆਮੀਨ ਕਿਹਨੂੰ ਗੱਲ ਸਮਝ ਆ ਰਹੀ ਹੈ ਆਮੀਨ ਭੈਣੋ ਤੇ ਭਰਾਓ ਇਹ ਸਭ ਚੀਜ਼ਾਂ ਉਦੋਂ ਖਤਮ ਹੋ ਸਕਦੀਆਂ ਜਦ ਤੱਕ ਤੁਹਾਡੀ ਮੁਲਾਕਾਤ ਉਸ ਅੱਗ ਦੇ ਖੰਭੇ ਦੇ ਨਾਲ ਨਹੀਂ ਹੋਈ ਆਮੀਨ ਸਮਝ ਲਓ ਕਿ ਜਦ ਤੱਕ ਅੱਗ ਦੇ ਖੰਭੇ ਦੇ ਨਾਲ ਮੁਲਾਕਾਤ ਨਹੀਂ ਹੋਈ ਈਰਖਾ ਬਣੀ ਰਹਿਣੀ ਹੈ ਆਮੀਨ ਉਹ ਅੰਦਰ ਆਪਣੇ ਆਪ ਨੂੰ ਕੁਝ ਕੁਹਾਨ ਦਾ ਜਿਹੜਾ ਹੰਕਾਰ ਆ ਉਹ ਬਣਿਆ ਹੀ ਰਹਿਣਾ ਆ ਤੁਸੀਂ ਕਦੇ ਸਫਲ ਸੰਗਤੀ ਨਹੀਂ ਕਰ ਸਕਦੇ ਆਮੀਨ ਤੁਸੀਂ ਕਦੇ ਵਚਨ ਦੇ ਉੱਤੇ 100% ਵਿਸ਼ਵਾਸ ਨਹੀਂ ਲਿਆ ਸਕਦੇ ਹਾਲੇਲੂਇਆ ਹਾਲੇਲੂਇਆ ਠੀਕ ਆ ਕਿਸੇ ਭੈਣ ਭਰਾ ਨੇ ਤੁਹਾਡੀ ਦੁਆ ਕੀਤੀ ਦੁਸ਼ਟ ਆਤਮਾ ਚਲਾ ਗਿਆ ਤੁਸੀਂ ਵਿਸ਼ਵਾਸ ਕੀਤਾ ਬਿਮਾਰੀ ਚਲੀ ਗਈ ਹਾਲੇਲੂਇਆ ਹਾਲੇਲੂਇਆ ਉਹ ਸਭ ਚੀਜ਼ਾਂ ਜਾਂਦੀਆਂ ਰਹੀਆਂ ਪਰ ਇਸ ਤੋਂ ਬਾਅਦ ਵੀ ਇੱਕ ਚੀਜ਼ ਬੜੀ ਜ਼ਰੂਰੀ ਆ ਵਿਸ਼ਵਾਸ ਕਰ ਲਿਆ ਜਿਹਨਾਂ ਗੱਲ ਨਹੀਂ ਬਣਨੀ ਪਵਿੱਤਰ ਆਤਮਾ ਹੋਣਾ ਬੜਾ ਜ਼ਰੂਰੀ ਆ ਆਮੀਨ ਪ੍ਰਭੂ ਦੀ ਸ਼ਕਤੀ ਹੋਣੀ ਬੜੀ ਜ਼ਰੂਰੀ ਆ ਆਮੀਨ ਪਵਿੱਤਰ ਆਤਮਾ ਦਾ ਬਹਾਵ ਤੁਹਾਡੇ ਉੱਤੇ ਨਜ਼ਰ ਆਉਣਾ ਬੜਾ ਜ਼ਰੂਰੀ ਆ ਆਮੀਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਸੋਚ ਲੈ ਲਿਆ ਪ੍ਰਭੂ ਦੇ ਵਿੱਚ ਵਾਅਦੇ ਕਰ ਲੈ ਇਕਰਾਰਨਾਮਾ ਕਰ ਲੈ ਇਹ ਜ਼ਰੂਰੀ ਨਹੀਂ ਆ ਆਮੀਨ ਉਹਦੇ ਨਾਲ ਭਰਿਆ ਜਾਣਾ ਵੀ ਜ਼ਰੂਰੀ ਆ ਹਾਲੇਲੂਇਆ ਹਾਲੇਲੂਇਆ ਸਾਨੂੰ ਪਤਾ ਲੱਗਦਾ ਆ ਕਿ ਜਦੋਂ ਸੌਲਸ ਪ੍ਰਭੂ ਦੇ ਸਾਹਮਣੇ ਆਉਂਦਾ ਆ ਉਹਦੇ ਸਾਹਮਣੇ ਉਸੇ ਪਿਲਰ ਆਫ ਫਾਇਰ ਦੇ ਨਾਲ ਹੋ ਜਾਂਦਾ ਆ ਔਰ ਜਦੋਂ ਪਿਲਰ ਆਫ ਫਾਇਰ ਦੇ ਨਾਲ ਹੋ ਜਾਂਦਾ ਆ ਉਹਦੀਆਂ ਅੱਖਾਂ ਨੀਆਂ ਕਰ ਦਿੱਤੀਆਂ ਜਾਂਦੀਆਂ ਆ ਆਮੀਨ ਉਹਨੂੰ ਪਤਾ ਲੱਗੇ ਕਿ ਤੂੰ ਕੁਛ ਵੀ ਨਹੀਂ ਆ ਸੱਚੇ ਮੈਂ ਉਹਨੂੰ ਕੋ ਸਰਕਾਰ ਦੇ ਕੋੜੇ ਤੋਂ ਹਿੱਟਾ ਡਿੱਗਣਾ ਪੈਂਦਾ ਆ ਆਮੀਨ ਸੌਲਸ ਆਮ ਦੀ ਚੀਜ਼ ਨਹੀਂ ਆ ਉਹ ਬੜੇ ਉੱਚ ਕੋਟੀ ਦੇ ਉਸਤਾਦ ਦੇ ਕੋਲੋਂ ਸਿੱਖਿਆ ਪ੍ਰਾਪਤ ਆ ਆਮੀਨ ਹਾਲੇਲੂਇਆ ਹਾਲੇਲੂਇਆ और सारा पुराना नेम ऐना पोटिया दे ऐ करके दस सकदा कदों मूसा आया किन्ने दिन प्रचार कीता उस तो बाद किदा किदा धरती होंदे विच आई किदा आदम
ਸਭ ਚੀਜ਼ਾਂ ਬਣਾ ਦੇ ਉਹ ਰੱਖਦਾ ਸੀਗਾ ਇਹਨਾਂ ਨੂੰ ਬਚਨ ਦਾ ਗਿਆਨ ਆਮੀਨ ਤਾਂ ਵੀ ਜੋ ਅਸਲੀ ਭਗਤੀ ਆ ਜੋ ਪ੍ਰਭੂ ਦੀ ਇੱਛਾ ਦਾ ਪ੍ਰਗਟਾਵਾ ਆ ਜੋ ਸਮੇਂ ਦਾ ਸੰਦੇਸ਼ ਆ ਉਹ ਚੀਜ਼ ਤੋਂ ਬਣ ਜਾਇਆ ਆਮੀਨ ਉਹਨੂੰ ਪਤਾ ਆ ਕਿ ਮੂਸਾ ਨੇ ਇੱਕ ਦਿਨ ਕਿਹਾ ਕਿ ਸਾਡਾ ਪਰਮੇਸ਼ਰ ਤੁਹਾਡੇ ਵਿੱਚੋਂ ਇੱਕ ਮੇਰੇ ਵਰਗਾ ਨਬੀ ਖੜਾ ਕਰੇਗਾ ਆਮੀਨ ਉਹਨੂੰ ਪਤਾ ਆ ਕਿ ਸ਼ਾਇਦ ਕਿਹਾ ਆ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ ਆਮੀਨ ਹਾਲੇਲੂਇਆ ਉਹਨੇ ਸਭ ਭਵਿੱਖਬਾਣੀਆਂ ਦਾ ਪਤਾ ਆ ਆਮੀਨ ਉਹਨੂੰ ਪਤਾ ਆ ਕਿ ਨਿਸੰਗ ਪਰਮੇਸ਼ਰ ਉਦੋਂ ਤੱਕ ਕੋਈ ਕੰਮ ਨਹੀਂ ਕਰਦਾ ਜਦ ਤੱਕ ਉਹ ਆਪਣੇ ਪੇਟ ਨੂੰ ਨਬੀਆਂ ਰਸੂਲਾਂ ਦੇ ਤੱਕ ਪਤਾ ਕਰੇ ਆਮੀਨ ਪਤਾ ਆ ਹਾਲੇਲੂਇਆ ਉਹਦੇ ਸਾਹਮਣੇ ਕੋਈ ਵੀ ਗੱਲ ਕਰਕੇ ਵੇਖੋ ਕਹਿੰਦਾ ਪਤਾ ਆ ਹਾਲੇਲੂਇਆ ਉਹਨੂੰ ਪਤਾ ਆ ਸਭ ਚੀਜ਼ਾਂ ਦਾ ਅੱਜ ਵੀ ਕਈ ਵਾਰ ਜਦੋਂ ਕਿਸੇ ਅੱਗੇ ਗੱਲ ਕਰੀਏ ਨਾ ਉਹ ਕਹਿੰਦੇ ਪਤਾ ਆ ਹੈ ਕਿਉਂਕਿ ਇੱਕ ਆਤਮਾ ਹੈ ਜਿਹੜਾ ਤਾਂ ਦਿਲ ਘੁੰਮ ਰਿਹਾ ਆ ਆਮੀਨ ਉਹ ਹਰੇਕ ਨੂੰ ਗਿਆਨ ਦਾ ਸਿਖਾਉਣਾ ਚਾਹੁੰਦਾ ਆ ਉਹ ਬੱਚਨ ਸੁਣ ਤੱਕ ਸਹਿਮਤ ਰਹਿਣਗੇ ਉਹ ਦਾਨ ਦੇ ਸਵਾਲ ਤੱਕ ਵੀ ਸਹਿਮਤ ਰਹਿਣਗੇ ਪਰ ਕਦੇ ਵੀ ਉਹ ਪਵਿੱਤਰ ਆਤਮਾ ਦੇ ਭਰ ਨਹੀਂ ਸਕਦੇ ਆਮੀਨ ਉਹ ਤੋਂ ਅਸਲ ਜਗ੍ਹਾ ਤੇ ਆ ਨਹੀਂ ਸਕਦੇ ਜਿਸ ਜਗ੍ਹਾ ਤੇ ਉਹਨਾਂ ਨੂੰ ਪਵਿੱਤਰ ਆਤਮਾ ਦੇ ਭਰਿਆ ਜਾਣਾ ਆ ਆਮੀਨ ਉਸ ਜਗ੍ਹਾ ਤੇ ਆ ਕੇ ਉਹਨਾਂ ਨੂੰ ਕਈਆਂ ਦੁਸ਼ਮਣਾਂ ਨੂੰ ਗਲੇ ਲਾਉਣਾ ਪੈਣਾ ਆ ਆਮੀਨ ਭਰਾ ਇਹ ਤਾਂ ਗੱਲ ਔਖੀ ਆ ਆਮੀਨ ਉਹਨਾਂ ਨੂੰ ਛੱਡਣਾ ਪੈਣਾ ਆ ਜੋ ਕੁਝ ਉਹ ਹੈਗੇ ਆ ਆਮੀਨ ਹਾਲੇਲੂਇਆ ਉਹਨਾਂ ਨੂੰ ਹਰੇਕ ਚੀਜ਼ ਉਹ ਤਿਆਗਣੀ ਪੈਣੀ ਆ ਆਮੀਨ ਜੋ ਚੀਜ਼ ਉਹ ਅਸਲ 'ਚ ਹੈਗੇ ਆ ਆਮੀਨ ਉਹਨਾਂ ਨੂੰ ਭੁੱਲਣਾ ਪੈਣਾ ਆ ਸਾਡੇ ਯੁੱਗ ਦੇ ਨਬੀ ਨੇ ਕਿਹਾ ਕਿ ਇੱਕ ਵਾਰੀ ਦੀ ਗੱਲ ਆ ਜਦੋਂ ਨੂੰ ਨਬੀ ਨੇ ਉਹ ਮਹਾਨ ਕਿਸ਼ਤੀ ਬਣਾਈ ਔਰ ਉਸ ਕਿਸ਼ਤੀ ਦੇ ਦਰਵਾਜ਼ੇ ਦੇ ਵਿੱਚ ਜਿੱਦਾਂ ਹੀ ਸ਼ੇਰ ਆਇਆ ਜਦੋਂ ਜਾਨਵਰ ਅੰਦਰ ਜਾ ਰਹੇ ਸੀਗੇ ਕਿਹਨਾਂ ਨੂੰ ਯਾਦ ਆ ਰਿਹਾ ਆ ਜਦੋਂ ਜਾਨਵਰ ਅੰਦਰ ਜਾ ਰਹੇ ਤੇ ਇੱਕਦਮ ਉਸ ਕਿਸ਼ਤੀ ਦੇ ਦਰਵਾਜ਼ੇ ਦੇ ਵਿੱਚ ਜਿੱਥੋਂ ਦੀ ਸਾਰੇ ਜਾਨਵਰ ਅੰਦਰ ਜਾ ਰਹੇ ਸੀ ਲੇਲਾ ਪਹਿਲਾਂ ਚਲਾ ਗਿਆ ਆਮੀਨ ਜਿੱਦਾਂ ਹੀ ਸ਼ੇਰ ਆਇਆ ਲੇਲੇ ਨੂੰ ਭੱਜਣ ਦੇ ਲੇਲੇ ਨੂੰ ਕਿਸ਼ਤੀ 'ਚ ਜਗ੍ਹਾ ਨਾ ਲੱਭੇ ਕਿ ਮੈਂ ਸ਼ੇਰ ਦੀਆਂ ਨਜ਼ਰਾਂ ਤੋਂ ਉਹਨੇ ਕਿੱਦਾਂ ਲੁਕਾਂ ਆਮੀਨ ਹਾਲੇਲੂਇਆ ਔਰ ਜਿੱਦਾਂ ਹੀ ਸ਼ੇਰ ਨੇ ਦੇਖਿਆ ਕਿ ਲੇਲਾ ਮੈਨੂੰ ਵੇਖ ਕੇ ਭੱਜ ਰਿਹਾ ਆ ਇਹ ਜ਼ਿੰਦਗੀ ਨਹੀਂ ਕਰਨਾ ਚਾਹੁੰਦਾ ਇਹ ਮੈਥੋਂ ਮੂੰਹ ਪੁਆਉਂਦਾ ਆ ਇਹ ਮੂੰਹ ਨੂੰ ਪਰਾ ਕਰਦਾ ਮੇਰੇ ਤੋਂ ਆਮੀਨ ਪਰ ਲਿਖਿਆ ਕਿ ਸ਼ੇਰ ਨੇ ਲੇਲੇ ਨੂੰ ਫੜ ਲਿਆ ਔਰ ਕਹਿੰਦਾ ਜੈਨ ਸੀ ਕਿ ਭਾਈ ਜੀ ਹਾਲੇਲੂਇਆ ਪਤਾ ਕਿਉਂ ਕਹਿੰਦਾ ਤੂੰ ਜਿਸ ਕਿਸ਼ਤੀ ਦੇ ਵਿੱਚ ਜਿਸ ਕਿਸ਼ਤੀ ਨੇ ਤੇਰਾ ਸੁਭਾਅ ਬਦਲ ਦਿੱਤਾ ਆ ਜਿਸ ਕਿਸ਼ਤੀ ਨੇ ਤੇਰੇ ਅੰਦਰੋਂ ਸਾਰੇ ਦੁਸ਼ਟ ਆਤਮੇ ਬੁਰੀਆਂ ਲੱਤਾਂ ਬੁਰੀਆਂ ਆਦਤਾਂ ਪੂਰਾ ਸੁਭਾਅ ਬਦਲ ਦਿੱਤਾ ਆ ਆਮੀਨ ਕਹਿੰਦਾ ਦੇਖ ਮੈਂ ਵੀ ਉਸੇ ਕਿਸ਼ਤੀ 'ਚ ਆ ਹਾਲੇਲੂਇਆ ਮੈਂ ਵੀ ਉਸੇ ਗਈ ਨਾ ਆਂਕਿਆ ਆਮੀਨ ਹਾਲੇਲੂਇਆ ਜਿਸ ਪਵਿੱਤਰ ਆਤਮਾ ਤੈਨੂੰ ਬਦਲ ਕੇ ਰੱਖ ਦਿੱਤਾ ਆ ਉਸੇ ਪਵਿੱਤਰ ਆਤਮਾ ਨੇ ਮੈਨੂੰ ਵੀ ਬਦਲਿਆ ਆ ਹਾਲੇਲੂਇਆ ਹੁਣ ਤੋਂ ਤੂੰ ਔਰ ਮੈਂ ਇੱਕੋ ਹੀ ਮੰਜ਼ਿਲ ਦੇ ਵੱਲ ਉਡਾਰੀ ਮਾਰਨੀ ਹਾਲੇਲੂਇਆ ਕਿਉਂਕਿ ਜਦ ਤੱਕ ਸਾਡੀ ਹੁਣ ਕਈ ਵਾਰ ਲੱਗਦਾ ਹੈ ਕਿ ਜੇ ਇੱਥੇ ਨਹੀਂ ਬਣਦੀ ਕਿਸੇ ਦੀ ਤੇ ਉੱਥੇ ਕਿਵੇਂ ਬਣੇਗੀ ਜਾ ਕੇ ਹਨਾ ਪ੍ਰਭੂ ਨੂੰ ਇੱਕ ਨਹੀਂ ਪਤਾ ਨਹੀਂ ਕਿੰਨੇ ਸਵਰਗ ਬਣਾਉਣੇ ਪੈਣੇ ਆ ਹਨਾ ਪਿੰਡ ਦੇ ਭਰਾ ਸਵਰਗ ਇੱਕ ਹੀ ਆ ਹਾਲੇਲੂਇਆ ਉਹ ਜਗ੍ਹਾ ਹੈ ਜਿੱਥੇ ਪ੍ਰਭੂ ਨੇ ਰੱਖਣਾ ਆ ਉਹ ਵੀ ਇੱਕ ਹੀ ਜਗ੍ਹਾ ਆ ਆਮੀਨ ਇਹ ਜਗ੍ਹਾ ਤੇ ਆਪਾਂ ਜਾ ਕੇ ਗੀਤ ਗਾਉਣੇ ਆ ਉਹ ਸਵਰਗੀ ਗੀਤ ਇਹ ਭਾਵੇਂ ਕਿ ਸਾਨੂੰ ਅੱਜ ਆਉਂਦੇ ਨਹੀਂ ਪਰ ਉੱਥੇ ਜਾ ਕੇ ਸਾਨੂੰ ਸਭ ਕੁਝ ਆ ਜਾਣਾ ਆ ਸਾਨੂੰ ਸਭ ਕੁਝ ਯਾਦ ਆ ਜਾਣਾ ਆ ਗੀਤਾਂ ਤੋਂ ਗਾਉਂਦੇ ਰਹੇ ਆ ਹਾਲੇਲੂਇਆ ਮੇਰੀਆਂ ਗੱਲਾਂ ਸਮਝ ਆ ਰਹੀਆਂ ਆ ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਤਬਦੀਲ ਕਰਦਾ ਆ ਪ੍ਰਭੂ ਦਾ ਵਚਨ ਸਾਨੂੰ ਨਵਾਂ ਕਰਦਾ ਆ ਹਾਲੇਲੂਇਆ ਉਹ ਸਾਡੇ ਅੰਦਰੋਂ ਹਰੇਕ ਬੁਰੀ ਆਦਤ ਨੂੰ ਖਤਮ ਕਰ ਦਿੰਦਾ ਆ ਹਰੇਕ ਬੁਰੇ ਸੁਭਾਅ ਨੂੰ ਬੁਰੇ ਵਿਚਾਰਾਂ ਨੂੰ ਉਹਨਾਂ ਸਭ ਚੀਜ਼ਾਂ ਨੂੰ ਤਬਦੀਲ ਕਰ ਦਿੰਦਾ ਆ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ ਪ੍ਰਭੂ ਦੇ ਇਸ ਜਗ੍ਹਾ ਤੇ
कमाने के लिए तालियां मार सकते हैं। सानू पता लगता है कि जो पौलुस अन्ना कर दिता गया, और जो पिलर ऑफ फायर दे नाल ओदा सामना कर दिता गया, ओदा विश्वास बन गया। उन्हें निश्चय कर ली कुछ अलौकिक घटनावां आ जो वर्तमान समय च प्रगट हो रही हैं। हुण इतिहास के वचन के वाल, इतिहासक संदेश के वाल ओदा ध्यान, ओदियां निगाहां नहीं सीगियां, वर्तमान संदेश के उत्ते ओदी निगाह टिक गई। हालेलुया। ओदा तजर्बा समय के संदेश नाल जुड़ गया। हालेलुया। भावें कि उन्हें इतिहास के बारे बहुत कुछ सिखाया गया सीगा, और तुहानू पता कि शैतान नबी ने कहा कि इतिहास के बारे तुहानू इन्नी क नॉलेज देगा, इतिहासक परमेश्वर की भक्ति तुहानू बड़ी बखूबी सिखाएगा। हालेलुया। ओ होलैंड देगा, ओ ऐसा भी होलैंड देगा फ्यूचर के संदेश के बारे। वो दसेगा कि आप किथे जा रहे हैं, धरती नूं ते की कुछ होने वाला है। ये दोवां चीज़ां दा चानना तुहाडे ते खोल दिता जाएगा। पर वर्तमान च की हो रहा है, वर्तमान च प्रभु तुहाडे नाल किद्दां डील करना चाहता है, प्रभु तुहाडे नाल वर्तमान समय च किद्दां वर्तना चाहता है, इहदे बारे शैतान तुहानू कदे अगे नहीं होण देगा, कदे तुहानू असली जगह ते खड़े नहीं होण देगा। प्रभु के नाम में मिले। सदा वर्तमान समय च देखो परमेश्वर किद्दां तुहाडे और मेरे नाल गलबात कर रहा है, और किस जगह ते सानू खड़े करना चाहता है, सानू विश्वासी चाहता है। प्रभु के नाम में महिमा मिले। हालेलुया। प्रभु आओ असीं रसूलां दी 9 अध्याय 17 आयत पढ़ते हैं। इस लिखा कि जदों अन्ना कर दिता गया, उन्हें वर्तमान समय का जो संदेश सुना दिता गया कि वर्तमान समय दे विच कुछ अलौकिक घटनावां वापरियां है। एक दिन यशायाह नबी ने कहा सीगा कि एक बारी गर्भवती होवेगी, होई नहीं होई कुछ पता नहीं। ज्ञान बहुत है पर वर्तमान समय का कुछ पता नहीं है। हालेलुया। इन्हें पता सीगा कि एक दिन दाऊद ने पवित्र आत्मा की गवाही दे नाल कई गीतां दे विच उन्हें बोलिया कि उन्हें मेरियां वखियां नंगियां कर दित्तियां हैं, उन्होंने मेरे कपड़े मैथों उतार लए आ। पर असल दे विच उहदियां वखियां किन्ने नंगियां कीतियां सी? किसी ने भी नहीं। पर किदे बारे दस रहा सीगा? प्रभु यीशु मसीह दे बारे। ये गल्लां उहनूं दाऊद ने जो कहियां उहनूं पता सी, ज्ञान उहनूं पता सी। हालेलुया। किन्हां नूं गल्लां वधिया लग रही है? हालेलुया। मेरे भराओ मैं गल्लां कर रहा, मैनूं अंदरों अंदरी जोश आ रहा है, क्योंकि प्रभु सानू समय दे संदेश नाल जोड़ना चाहुंदा है। और समय दा संदेश पवित्र आत्मा है। समय दा संदेश ही ओ चेन्या, समय दा संदेश ही ओ मोरिया। हालेलुया। ये साडे ते नहीं लगी, शैतान कभी भी अंदर आ जा सकता है, और कदे भी आकर साडे विचारां दा छेड़छाड़ कर सकता है, और कदे भी सानू प्रभु दी इच्छा तो बाहर कर सकता है। आमीन। हालेलुया। लिखा कि जदों अन्ना कर दिता गया तद हननिया दे कोल गया। हालेलुया। क्योंकि उन्होंने प्रभु यीशु मसीह ने कहा सीगा कि तू ओदे कोल चला जा। 17 पढ़ दिया। तद हननिया चला गया अते उस घर विच जा वड़िया अते उस ते हथ रख के बोलिया, हे भाई सौलस। तुहानूं पता जो पवित्र आत्मा ने हननिया ने दस्या कि सौलस आ रहा है, सौलस आ रहा है। और हननिया वो किश्ती वाला लेला सीगा, वो कहता नहीं प्रभु वो तो मसीहा नूं बड़ा दुख देने वाला ही। वो तो दस रहा है कि प्रभु ने तो कुछ पता ही नहीं। ਉਹ ਨਹੀਂ ਉਹਨੇ ਮੈਨੂੰ ਮਾਰ ਦੇਣਾ ਹੀ। हालेलुया। पर प्रभु कहता नहीं तू जा। आमीन। और वो शेर भी लेला बना दिता गया है, और शेर फिर तेनू नहीं खाएगा, वो अदर बाग दे वाग का ही खाएगा। हालेलुया। वो ही करेगा जिसका अपने लिए उठाया गया है। प्रभु के नाम में मिले। हालेलुया। एक जगह तो क्या
कि हे भाई सालस ਉਹਨੂੰ ਭਾਈ ਕਿਹਾ ਆ ਬ੍ਰਦਰ ਉਹਨੂੰ ਭਰਾ ਕਿਹਾ ਆ ਹਾਲੇਲੂਇਆ क्यों भाई क्या आया कादे लिए भाई क्या आया क्यों क्योंकि हननिया और सालस इको संदेश दे विच आ हालेलुया इको संदेश दा प्रकाश पा लिया आ हालेलुया किसे वर्तमान परमेश्वर दी भक्ति नहीं कर रहे पर वर्तमान दे प्रभु यीशु मसीह दी भक्ति कर रहे हालेलुया हे भाई सालस प्रभु अर्थात यीशु ने जो तेनू उस राह विच जिथे जिस तो तू आया सी विखाई दिता मैनू कल्या है कि तू सजाखा हो जावे अते पवित्र आत्मा दे नाल भर जावे हालेलुया हननिया ने फिर दस्या कि होर तू नेचा ते कर लई आ तू समय दे संदेश नू तां कबूल लिया और एक अलौकिक चीज आ जे चीज दा भरिया जाना बड़ा जरूरी आ आमीन पवित्र आत्मा आमीन सही दा पौलुस ओदा चेला नू पुछ रहा आ तुसी समय दे संदेश ते जद नेचा कीती तां पवित्र आत्मा पाया आमीन मैं तुहानू पुछदा आ आमीन जद तुसी नेचा कीती तां पवित्र आत्मा पाया आमीन क्योंकि पवित्र आत्मा सब कुछ तब्दील कर देता है आमीन पवित्र आत्मा बड़ा शक्तिशाली है आमीन हालेलुया ਉਹਦਾ ਕੋਈ ਮੁੱਲ ਨਹੀਂ ਆ ਆਮੀਨ ਉਹ ਪੈਸਾ ਦੇ ਕੇ ਖਰੀਦਿਆ ਨਹੀਂ ਜਾ ਸਕਦਾ ਆਮੀਨ ਹਾਲੇਲੂਇਆ ਹਾਲੇਲੂਇਆ ਫਿਰ ਤੇ ਭਰਾਓ ਪਵਿੱਤਰ ਆਤਮਾ ਸਾਨੂੰ ਦੱਸਦਾ ਹੈ ਕਿ ਕਿਸ ਚੀਜ਼ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਸ ਦੇ ਲਈ ਨਹੀਂ ਆਮੀਨ ਪਵਿੱਤਰ ਆਤਮਾ ਦੱਸਦਾ ਹੈ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਆਮੀਨ ਪਵਿੱਤਰ ਆਤਮਾ ਦੱਸਦਾ ਹੈ ਕਿ ਤੁਹਾਨੂੰ ਕਿੰਨਾ ਚੀਜ਼ਾਂ ਦੇ ਤੇ ਫਿਕਰ ਕਰਨਾ ਚਾਹੀਦਾ ਹੈ ਆਮੀਨ ਹਾਲੇਲੂਇਆ ਹਾਲੇਲੂਇਆ ਸ਼ੈਤਾਨ ਪਤਾ ਕਿੰਨਾ ਚੀਜ਼ਾਂ ਤੋਂ ਫਿਕਰ ਕਰਾਉਣਾ ਚਾਹੁੰਦਾ धरती तो इन्ना सत्यानाश हो जाना है लोगों के नाल इन्ना कुछ वापरना है धरती सारी तहस नहस कर दी जाने वाली है जल बल जानी किन्ना नूं इन्हां गल्लां ते फिकर आउंदा है यीशु ने चोर दी मानता आ जाना है चोर दे वांगू आना है हमने है ना कितनी टेंशन वाली गल है नबी ने कहा शैतान ये चीज़ां हो लैण देंदा आ पर कहंदा परवाह ना करो वचन बयान करदा आ कि तुहाडे लिए चोर दी मानत नहीं सच आमीन तुहानू की लेना धरती दे सत्यानाश तो तुसीं इत्थे थोड़ा होना है उन्हां नूं होवे जिन्हां ने होना है ਅਸੀਂ ਤਾਂ ਪਹਿਲਾਂ ਹੀ ਅਲੱਗ ਕੀਤੇ ਜਾਣਾ ਹੈ ਆਮੀਨ ਹਾਲੇਲੂਇਆ ਹਾਲੇਲੂਇਆ ਪਹਿਲਾਂ ਹੀ ਬਾਹਰ ਬੁਲਾ ਲੈ ਜਾਣਾ ਹੈ ਆਮੀਨ ਪ੍ਰਭੂ ਦਾ ਵਚਨ ਬਿਆਨ ਕਰਦਾ ਹੈ ਮੇਰੀ ਪਰਚਾ ਇਹਨਾਂ ਦੇ ਵਿੱਚੋਂ ਬਾਹਰ ਆ ਜਾ ਮਤੇ ਤੂੰ ਇਹਨਾਂ ਦੇ ਭਾਗਾ ਪਾਪਾ ਦੇ ਭਾਗੀ ਨਾ ਬਣੀ ਆਮੀਨ ਹਾਲੇਲੂਇਆ ਹਾਲੇਲੂਇਆ ਭੈਣ ਤੇ ਭਰਾ ਕੁਝ ਲੋਕ ਹੈ ਜਿਹੜੇ ਪ੍ਰਭੂ ਦੀ ਇੱਛਾ ਦੇ ਮੁਤਾਬਕ ਅਲੱਗ ਕੀਤੇ ਜਾਣੇ ਆ ਆਮੀਨ ਇਹਨਾਂ ਨੂੰ ਪ੍ਰਭੂ ਨੇ ਆਪਣੇ ਉਸ ਪਵਿੱਤਰ ਆਤਮਾ ਦੇ ਨਾਲ ਭਰ ਦੇਣਾ ਹੈ ਆਮੀਨ ਉਹਨਾਂ ਨੂੰ ਜਿਨ੍ਹਾਂ ਨੇ ਪ੍ਰਭੂ ਦੇ ਸਾਹਮਣੇ ਜਿਹੜੇ ਇਕਰਾਰਨਾਮੇ ਕੀਤੇ ਆ ਜੋ ਪ੍ਰਭੂ ਦੇ ਨਾਲ ਇਕੱਠੇ ਚੱਲਣ ਦੇ ਵਾਅਦੇ ਕੀਤੇ ਆ ਜਦੋਂ ਉਹਨਾਂ ਨੇ ਪੱਕੇ ਕੀਤੇ ਆ ਤਾਂ ਤੁਹਾਨੂੰ ਪਤਾ ਜਦੋਂ ਵਾਅਦੇ ਪੱਕੇ ਕੀਤੇ ਜਾਂਦੇ ਆ ਉਹ ਟੁੱਟਦੇ ਨਹੀਂ ਫਿਰ ਆਮੀਨ ਹਾਲੇਲੂਇਆ ਹਾਲੇਲੂਇਆ ਉਹ ਵਾਅਦੇ ਨਿਭਾਏ ਜਾਂਦੇ ਆ ਆਮੀਨ ਹਾਲੇਲੂਇਆ ਹਾਲੇਲੂਇਆ ਉਹ ਐਦਾਂ ਦੇ ਨਹੀਂ ਆ ਕਿ ਜਿੱਦਾਂ ਅਧੂਰੇ ਆ ਸਮਝਦੇ ਜਿੱਦਾਂ ਕੱਚੇ ਹੀ ਆ ਵਾਅਦੇ ਉਹ ਪੂਰੇ ਪੱਕੇ ਵਾਅਦੇ ਆ ਉਹ ਐਦਾਂ ਦੇ ਵਾਅਦੇ ਨਹੀਂ ਕਿ ਬੰਦੇ ਨੇ ਇੱਕ ਦਿਨ ਕਿਹਾ ਕਿ मैं दुनिया के नाल सहमत नहीं चलांगा दुनिया भावें जिधर मर्जी जा रही जिदा नबी ने कहा कि वह धस दी रेत आ मैं दुनिया च नहीं जावांगा मैं तो प्रभु दा अलग कीता होया योद्धा आ मैं प्रभु दा अलग कीता होया विश्वासी हाँ मैं उहदा रैप्चर आ मैं उहदी आमद आ हालेलुया किन्हां नूं गल समझ आ रही है आमीन भैण ते भराओ अलौकिक गल्लां आ अलौकिक लोग ही समझ सकदे आमीन हालेलुया हालेलुया ਉਹੀ ਸਮਝ ਸਕਦੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਲੋੜ ਆ ਜਿਨ੍ਹਾਂ ਨੂੰ ਪਵਿੱਤਰ ਆਤਮਾ ਦੇ ਭਰ ਜਾਣ ਦੀ ਲੋੜ ਆ ਹਾਲੇਲੂਇਆ ਹਾਲੇਲੂਇਆ ਸਾਡਾ ਸੰਗਤੀ ਦੇ ਵਿੱਚ ਆਉਂਦਾ ਇਹੀ ਇੱਕ ਮਕਸਦ ਆ ਕਿ ਅਸੀਂ ਕਿਸੇ ਬੰਦੇ ਦੇ ਨਾਲ ਨਹੀਂ ਪਵਿੱਤਰ ਆਤਮਾ ਦੇ ਨਾਲ ਜੁੜਨਾ ਚਾਹੁੰਦੇ ਹਾਂ ਹਾਲੇਲੂਇਆ ਹਾਲੇਲੂਇਆ ਇਹ ਗੱਲਾਂ ਉਹਨਾਂ ਦੇ ਲੋਕਾਂ ਦੇ ਕਦੀ ਸਮਝ ਨਹੀਂ ਆਉਣ ਵਾਲੀਆਂ
ਜਿਹੜੇ ਪੁੱਤਰ ਆਤਮਾ ਦੇ ਖਿਲਾਫ ਆ। ਉਹਨੇ ਕਿਹਾ ਤੁਸੀਂ ਪੁੱਤਰ ਦੇ ਖਿਲਾਫ ਬੋਲੋ ਬਖਸ਼ ਦਿੱਤੇ ਜਾਓਗੇ, ਪਿਤਾ ਦੇ ਖਿਲਾਫ ਬੋਲੋ ਬਖਸ਼ ਦਿੱਤੇ ਜਾਓਗੇ, ਪਰ ਜੇ ਪੁੱਤਰ ਆਤਮਾ ਦੇ ਖਿਲਾਫ ਬੋਲੋਗੇ ਬਖਸ਼ੇ ਨਹੀਂ ਜਾਓਗੇ। ਆਮੀਨ, ਹਾਲੇਲੂਇਆ। ਉਹ ਤੁਹਾਨੂੰ ਪਤਾ ਇੱਕ ਦਿਨ ਪੁੱਤਰ ਆਤਮਾ ਦੇ ਨਾਲ ਭਰ ਕੇ ਇਸਤੀਫਾਨ ਬੋਲਿਆ ਜਦੋਂ ਅਸੀਂ ਰਸੂਲਾਂ ਦੀ ਕਿਤਾਬ ਉਸ ਦਾ ਲੇਖਾ 6-7 ਅਧਿਆਏ ਆ, 7 ਅਧਿਆਏ ਇਸ 51 ਚ ਬੋਲਿਆ, ਕਹਿੰਦਾ ਹੇ ਹਾਥੀ ਅਤੇ ਮਨ ਅਤੇ ਕੰਨ ਦੇ ਬੇਸੁਣਤੀ ਲੋਕੋ, ਤੁਹਾਡੀ ਕੰਨਾਂ ਦੀ ਸੁਣਤ ਹੋਈ ਨਹੀਂ ਹੈ, ਤੁਹਾਡੇ ਕੰਨਾਂ ਦੀ ਸੁਣਤ ਹੋਈ ਨਹੀਂ, ਤੁਹਾਡੇ ਮਨ ਦੀ ਸੁਣਤ ਹੋਈ ਨਹੀਂ ਹੈ। ਤੁਸੀਂ ਸਦਾ ਪੁੱਤਰ ਆਤਮਾ ਦਾ ਸਾਹਮਣਾ ਕਰਦੇ ਹੋ, ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਕੀਤਾ ਤੇ ਤੁਸੀਂ ਵੀ ਕਰਦੇ ਹੋ। ਕਿਹਨਾਂ ਨੂੰ ਗੱਲ ਸਮਝ ਆਈ? ਕੁਝ ਲੋਕ ਆ ਜਿਨ੍ਹਾਂ ਨੂੰ ਇਹ ਗੱਲਾਂ ਕਦੇ ਸਮਝ ਨਹੀਂ ਆਉਣੀਆਂ। ਉਹ ਵਾਅਦੇ ਤਾਂ ਕਰ ਸਕਦੇ ਆ, ਉਹ ਕਿਸ਼ਤੀਆਂ ਬਣਾ ਸਕਦੇ ਆ, ਜਿੱਦਾਂ ਨੂਹ ਨਬੀ ਨੇ ਕਿਸ਼ਤੀ ਬਣਾਈ ਨਾ ਗੋਫਰ ਲੱਕੜੀ ਦੀ, ਉਹ ਵੀ ਕਿਸ਼ਤੀਆਂ ਬਣਾਉਂਦੇ ਆ ਗੋਫਰ ਲੱਕੜੀ ਦੀ। ਪਰ ਤੁਹਾਨੂੰ ਪਤਾ ਜ਼ਰੂਰੀ ਕੰਮ ਨੂਹ ਨਬੀ ਨੇ ਕੀ ਕੀਤਾ ਸੀਗਾ? ਉਹਨੇ ਉਹਦੇ ਅੰਦਰ ਤੇ ਬਾਹਰ ਰਾਲ ਲਿਪੀ ਸੀਗੀ। ਨਬੀ ਨੇ ਕਿਹਾ ਉਹ ਰਾਲ ਆਮ ਜੀ ਚੀਜ਼ ਨਹੀਂ ਆ, ਉਹ ਪਵਿੱਤਰ ਆਤਮਾ ਆ। ਕਹਿੰਦਾ ਉਹ ਲੱਕੜ ਪਾਣੀ ਦੇ ਵਿੱਚ ਸੰਪੰਚ ਹੁੰਦੀ, ਸੰਪੰਚ ਸਮਝ ਡੁੱਬ ਜਾਣ ਵਾਲੀ ਆ, ਪਾਣੀ ਨੂੰ ਸੋਖ ਲੈਂਦੀ ਆ, ਡੁੱਬ ਜੇਗੀ ਬਾਹਰ ਨਹੀਂ ਆ। ਕੁਝ ਲੋਕ ਆ ਜਿਹੜੇ ਵਾਅਦੇ ਤਾਂ ਕਰਦੇ ਆ ਪਰ ਫਿਰ ਦੁਨੀਆ ਦੇ ਵਿੱਚ ਡੁੱਬ ਜਾਂਦੇ ਆ, ਕਿਉਂਕਿ ਰਾਲ ਲਿਪੀ ਨਹੀਂ ਗਈ, ਉਹ ਪਵਿੱਤਰ ਆਤਮਾ ਉਹਨਾਂ ਨੇ ਮਿਲਿਆ ਹੀ ਨਹੀਂਗਾ। ਵਿਸ਼ਵਾਸ ਕਰ ਲਿਆ, ਕਿਸ਼ਤੀ ਬਣਾ ਲਈ, ਪਰ ਰਾਲ ਦਾ ਲਿਪਿਆ ਜਾਣਾ ਬੜਾ ਜ਼ਰੂਰੀ ਆ। ਹਾਲੇਲੂਇਆ, ਹਾਲੇਲੂਇਆ। ਜਦੋਂ ਰਾਲ ਲਿਪ ਲਈ ਜਾਂਦੀ ਆ, ਨਬੀ ਨੇ ਕਿਹਾ ਕਿ ਉਹੀ ਗੋਫਰ ਜਿਹੜੀ ਕਦੇ ਪਾਣੀ 'ਚ ਡੁੱਬ ਜਾਣ ਵਾਲੀ ਆ, ਕਹਿੰਦਾ ਅਗਰ ਕੋਈ ਕਿੱਲ ਵੀ ਉਹਦੇ ਵਿੱਚ ਫਸੇ ਠੋਕੇ ਥੋੜੇ ਨਾਲ ਠੋਕੀ ਨਹੀਂ ਜਾ ਸਕਦੀ, ਕਿਉਂਕਿ ਉਹੀ ਗੋਫਰ ਕਹਿੰਦਾ ਸਟੀਲ ਤੋਂ ਵੀ ਮਜ਼ਬੂਤ ਬਣ ਜਾਂਦੀ ਹੈ। ਹਾਲੇਲੂਇਆ, ਹਾਲੇਲੂਇਆ। ਉਹ ਕਦੇ ਦੁਨੀਆ ਦੇ ਵਿੱਚ ਜਾ ਹੀ ਨਹੀਂ ਸਕਦੇ, ਉਹ ਕਦੇ ਫਿਰ ਬੁਰੇ ਵਿਚਾਰਾਂ 'ਚ ਜਾ ਹੀ ਨਹੀਂ ਸਕਦੇ, ਉਹ ਫਿਰ ਦੁਬਾਰਾ ਦੁਸ਼ਟ ਆਤਮੇ ਉਸ ਘਰ ਨੂੰ ਝਾੜਿਆ ਸਵਾਰਿਆ ਨਹੀਂ ਵੇਖਣਗੇ, ਉਹਦੇ ਅੰਦਰ ਕਿਸੇ ਚੀਜ਼ ਨੂੰ ਕੰਮ ਕਰਦਾ ਵੀ ਵੇਖਣਗੇ। ਉਹ ਭੈਣ ਭਰਾ ਮੈਸੇਜ ਪੜ੍ਹੇਗਾ, ਉਹ ਪ੍ਰਭੂ ਦੇ ਵਿੱਚ ਦੁਆਵਾਂ ਕਰੇਗਾ, ਉਹ ਰੋਜ਼ੇ ਰੱਖੇਗਾ, ਉਹ ਘਰ ਦੇ ਵਿੱਚ ਸਦਾ ਪ੍ਰਭੂ ਦੇ ਨਾਲ ਲੱਗਿਆ ਹੀ ਰਹੇਗਾ। ਹਾਲੇਲੂਇਆ, ਹਾਲੇਲੂਇਆ। ਮੇਰੀਆਂ ਗੱਲਾਂ ਸਮਝ ਆ ਰਹੀਆਂ? ਭੈਣ ਤੇ ਭਰਾ, ਮੈਂ ਉਹ ਗੱਲਾਂ ਦੱਸ ਰਿਹਾ ਕਿ ਪ੍ਰਭੂ ਦੇ ਵਿੱਚ ਹੋਰ ਤਰੱਕੀ ਕਰਨ ਵਾਲੀਆਂ, ਤੁਸੀਂ ਹੋਰ ਪ੍ਰਭੂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਵੱਸ ਸਕਦੇ ਹੋ, ਤੁਸੀਂ ਲੱਗੇ ਰਹਿ ਸਕਦੇ ਹੋ। ਹਾਲੇਲੂਇਆ। ਜਦੋਂ ਤੁਸੀਂ ਅੰਦਰੋਂ ਤੇ ਬਾਹਰੋਂ ਰਾਲ ਦੇ ਨਾਲ ਲਿਪ ਲੈ ਜਾਂਦੇ ਹੋ। ਨਬੀ ਨੇ ਇੱਥੇ ਤੱਕ ਦੱਸਿਆ ਕਿ ਰਾਲ ਆਮ ਜੇ ਤਰੀਕੇ ਨਾਲ ਨਹੀਂ ਬਣਦੀ, ਇੱਕ ਰੁੱਖ ਹੁੰਦਾ ਆ, ਆਮ ਰੁੱਖ ਨਹੀਂ, ਖਾਸ ਰੁੱਖ ਹੁੰਦਾ ਆ। ਹਾਲੇਲੂਇਆ। ਔਰ ਉਸ ਰੁੱਖ ਨੂੰ ਫੜਿਆ ਜਾਂਦਾ, ਉਹਨੂੰ ਤੋੜਿਆ ਜਾਂਦਾ ਆ, ਮਾਰਿਆ ਜਾਂਦਾ ਆ, ਔਰ ਉਸ ਤੋਂ ਬਾਅਦ ਉਹਨੂੰ ਲਿਆ ਕੇ ਇੱਕ ਜਗ੍ਹਾ ਤੇ ਉਹਨੂੰ ਕੁੱਟਿਆ ਜਾਂਦਾ ਹੈ, ਉਹਨੂੰ ਪੂਰਾ ਖਖੜੀਆਂ ਕਰ ਦਿੱਤਾ ਜਾਂਦਾ ਹੈ, ਫਿਰ ਉਹਨੂੰ ਅੱਗ ਤੇ ਧਰ ਦਿੱਤਾ ਜਾਂਦਾ ਹੈ, ਸੇਕੇ ਦੇ ਵਿੱਚੋਂ ਦੀ ਗੁਜ਼ਾਰਿਆ ਜਾਂਦਾ ਹੈ। ਐਨੇ ਉਸ ਰੁੱਖ ਨੂੰ ਦੁੱਖ ਦੇ ਵਿੱਚੋਂ ਕੱਢਿਆ ਜਾਂਦਾ ਹੈ। ਹਾਲੇਲੂਇਆ। ਫਿਰ ਜਦੋਂ ਬਹੁਤੀ ਦੇਰ ਉਹ ਤਪਦਾ ਆ, ਦੁੱਖ ਚੱਲਦਾ ਆ, ਅੱਗ ਦੇ ਉੱਤੇ ਪੂਰਾ ਮਤਲਬ ਕਿ ਉਬਾਲਿਆ ਜਾਂਦਾ ਆ, ਫਿਰ ਉਹ ਰਾਲ ਬਣ ਜਾਂਦਾ ਹੈ। ਕਿਹਨੂੰ ਗੱਲ ਸਮਝ ਆ ਰਹੀ ਹੈ? ਆਮੀਨ। ਫਿਰ ਉਹੀ ਰਾਲ ਜਦੋਂ ਗੋਫਰ ਦੇ ਉੱਤੇ ਵੱਜਦੀ ਆ, ਫਿਰ ਕਦੇ ਪਾਣੀ ਐਂਟਰ ਨਹੀਂ ਕਰ ਸਕਦਾ। ਆਮੀਨ। ਕਿਉਂ? ਪਾਣੀ ਨੂੰ ਰੋਕਣ ਦੇ ਲਈ ਕੀ ਆ? ਰਾਲ ਆ। ਨਬੀ ਨੇ ਕਿਹਾ ਰਾਲ ਪ੍ਰਭੂ ਯਿਸੂ ਮਸੀਹ ਹੈ। ਆਮੀਨ। ਹਾਲੇਲੂਇਆ। ਉਹ ਰਾਲ ਕੁੱਟੀ ਜਾ ਗਈ ਹੈ ਸਾਡੇ ਲਈ, ਉਹਨੂੰ ਭੰਨਿਆ ਗਿਆ ਆ, ਉਹਨੂੰ ਕਈਆਂ ਸੇਕਿਆਂ ਦੇ ਵਿੱਚੋਂ ਦੀ ਗੁਜ਼ਾਰਿਆ ਗਿਆ ਹੈ। ਹਾਲੇਲੂਇਆ। ਔਰ ਜਦ ਤੱਕ ਉਹ ਸਾਡੇ ਤੇ ਨਹੀਂ ਲੱਗ ਜਾਂਦਾ, ਅਰਥਾਤ ਪਵਿੱਤਰ ਆਤਮਾ, ਆਮੀਨ, ਉਹ ਸਹਾਇਕ, ਉਹ ਸਾਡੀ ਸਹਾਇਤਾ ਕਰਨ ਵਾਲਾ, ਸਾਨੂੰ ਦੁਨੀਆ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਵਾਲਾ, ਉਹ ਨਹੀਂ ਜਦ ਤੱਕ ਲਿਪਿਆ ਜਾਂਦਾ, ਭਗਤੀ ਅਧੂਰੀ ਹੈ। ਆਮੀਨ। ਭਗਤੀ ਅਸਫਲ ਆ, ਵਿਅਰਥ ਆ। ਔਰ ਪ੍ਰਭੂ ਦਾ ਬਚਨ ਬਿਆਨ ਕਰਦਾ, ਮੇਰਾ ਨਾਮ ਵਿਅਰਥ ਨਾ ਲਈ। ਸੱਚ ਹੈ। ਉਹਨੂੰ ਗੁੱਸਾ ਆਉਂਦਾ ਹੈ। ਆਮੀਨ।
भक्ति करनी है तो असल करिए। आओ किसी असल चीज ਨੂੰ ਹੱਥ ਪਾਈਏ। ਹਾਲੇਲੂਇਆ ਹਾਲੇਲੂਇਆ। ਇਹ ਚੀਜ਼ ਇੰਨੀ ਕਿ ਸ਼ਕਤੀਸ਼ਾਲੀ ਆ, ਪਵਿੱਤਰ ਆਤਮਾ ਇੰਨਾ ਸ਼ਕਤੀਸ਼ਾਲੀ ਆ ਕਿਉਂਕਿ ਉਹਨੂੰ ਵੱਖ-ਵੱਖ ਤਜਰਬਿਆਂ ਚ ਕੱਢਿਆ ਗਿਆ ਆ, ਵੱਖ-ਵੱਖ ਉਹਨੂੰ ਪੀਰੀਅਡਾਂ ਚ ਕੱਢਿਆ ਗਿਆ ਆ, ਔਰ ਜਿੰਨਿਆਂ ਦੇ ਉੱਤੇ ਲਿਪ ਦਿੱਤਾ ਗਿਆ ਦੁਨੀਆ ਨੂੰ ਜਿੱਤ ਨਹੀਂ ਸਕੀ। ਆਮੀਨ। ਉਹਨਾਂ ਲੋਕਾਂ ਨੂੰ ਕਹਿਣਾ ਪਿਆ ਕਿ ਅਸੀਂ ਪਰਮੇਸ਼ਰ ਤੋਂ ਇਲਾਵਾ ਕਿਸੇ ਬੰਦੇ ਦੀ ਆਵਾਜ਼ ਨਹੀਂ ਸੁਣ ਸਕਦੇ। ਆਮੀਨ। ਅਸੀਂ ਬਚਨ ਤੋਂ ਇਲਾਵਾ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ। ਆਮੀਨ। ਹਾਲੇਲੂਇਆ। ਸਤਿਫਾਨ ਨੂੰ ਕਹਿਣਾ ਪਿਆ, ਪੌਲਸ ਨੂੰ ਕਹਿਣਾ ਪਿਆ, ਸਮਸੂਨ ਨੂੰ ਕਹਿਣਾ ਪਿਆ। ਹਾਲੇਲੂਇਆ। ਦਾਊਦ, ਹਨੋਕ, ਅਬਰਾਹਮ, ਇਸਤੀਫਾਨ, ਆਮੀਨ, ਜਿਨ੍ਹਾਂ ਨੂੰ ਉਹਨੇ ਆਪਣੀ ਲਪੇਟ ਚ ਲਿਆ ਉਹ ਦੁਨੀਆ ਤੋਂ ਅਸਫਲ ਰਹੇ। ਆਮੀਨ। ਉਹ ਦੁਨੀਆ ਤੋਂ ਧੋਖਾ ਖਾਦੇ ਹੀ ਰਹੇ। ਆਮੀਨ। ਦੁਨੀਆ ਦੀਆਂ ਗੱਲਾਂ ਉਹਨਾਂ ਦੀ ਸਮਝ ਚੋਂ ਪਰੇ ਰਹੀਆਂ। ਆਮੀਨ। ਈਰਖਾ ਕੀ ਹੁੰਦੀ ਆ ਉਹਨਾਂ ਨੂੰ ਕਦੇ ਸਮਝ ਹੀ ਨਹੀਂ ਆਈ। ਆਮੀਨ। ਕਿਸੇ ਨੂੰ ਗੱਲ ਕਿਵੇਂ ਚਮਕਾ ਕੇ ਕਹਿਣੀ ਆ ਪਤਾ ਨਹੀਂ ਐਦਾਂ ਦੀਆਂ ਉਹਨਾਂ ਨੂੰ ਨਹੀਂ ਪਤਾ। ਹਾਲੇਲੂਇਆ ਹਾਲੇਲੂਇਆ। ਉਹਨਾਂ ਨੂੰ ਪਤਾ ਕਿ ਕਿੱਦਾਂ ਕਿਸੇ ਨੂੰ ਕਲਪਾਉਣਾ ਆ ਤਾਂ ਸਿੱਧਾ ਆਪਣੀ ਭਗਤੀ ਦਾ ਵਾਸਤਾ ਹੈ। ਆਮੀਨ। ਉਹਨਾਂ ਨੂੰ ਤਾਂ ਸਿੱਧਾ ਆਪਣੇ ਅੰਦਰ ਰਾਲ ਲਿਪੇ ਜਾਣ ਦਾ ਸਰੂਰ ਆ। ਆਮੀਨ। ਹਾਲੇਲੂਇਆ ਹਾਲੇਲੂਇਆ। ਕਿਹਨਾਂ ਨੂੰ ਮੇਰੀਆਂ ਗੱਲਾਂ ਸਮਝ ਆ ਰਹੀਆਂ ਹੈ? ਆਮੀਨ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਸਾਡੇ ਭਰਾਓ ਜਦ ਤੱਕ ਸਾਡੇ ਉੱਤੇ ਉਹਦਾ ਮਸਾ ਨਹੀਂ ਆ ਜਾਂਦਾ, ਜਦ ਤੱਕ ਅਸੀਂ ਉਸ ਵਚਨ ਦੇ ਨਾਲ ਮੋਹਰ ਬੰਦ ਨਹੀਂ ਹੋ ਜਾਂਦੇ, ਕੰਮ ਅਧੂਰਾ ਆ। ਆਮੀਨ। ਕੰਮ ਸਫਲ ਆ। ਆਓ ਅਸੀਂ ਸਭ ਆਪਦੇ ਸਿਰਾਂ ਝੁਕਾਈ ਅੱਖਾਂ ਬੰਦ ਕਰ ਲਈਏ। ਪ੍ਰਭੂ ਦੇ ਇਸ ਵਧੀਆ ਸੰਦੇਸ਼ ਦੇ ਲਈ ਅਸੀਂ ਧੰਨਵਾਦ ਕਰ ਸਕਦੇ ਹਾਂ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਹਾਲੇਲੂਇਆ। ਹਾਲੇਲੂਇਆ। ਮੈਂ ਤੁਹਾਨੂੰ ਸਭਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਾਂ ਤੁਸੀਂ ਨੇਚਾ ਕੀਤੀ ਤਾਂ ਪਵਿੱਤਰ ਆਤਮਾ ਮਿਲਿਆ। ਆਮੀਨ। ਹਾਲੇਲੂਇਆ ਹਾਲੇਲੂਇਆ। ਸਾਡੇ ਤੇ ਪ੍ਰਭੂ ਹੋਣਾ ਬੜਾ ਜ਼ਰੂਰੀ ਆ ਕਿਉਂਕਿ ਉਹ ਇੰਨਾ ਸ਼ਕਤੀਸ਼ਾਲੀ ਆ। ਇੱਕ ਕਾਮਯਾਬ ਬੰਦੇ ਨੂੰ ਉਛਾਲਦਾ ਆ, ਉਹਨੂੰ ਮਜ਼ਬੂਤ ਕਰਦਾ ਆ, ਉਹਦੇ ਪੇਟ ਦੇ ਗੋਡਿਆਂ ਨੂੰ ਮਜ਼ਬੂਤ ਸਥਿਰ ਕਰ ਦਿੰਦਾ ਆ। ਤੁਹਾਨੂੰ ਯਾਦ ਆ ਕਿ ਪੌਲਸ ਵੀ ਬੜਾ ਭਿੜਦਾ ਹੀ ਸੀਗਾ। ਉਹਨੂੰ ਲੱਗਦਾ ਸੀਗਾ ਕਿ ਉਹ ਕੁਝ ਵਧੀਆ ਕਰ ਜਾ ਰਿਹਾ ਆ, ਪਰ ਤਾਂ ਵੀ ਪਵਿੱਤਰ ਆਤਮਾ ਤੋਂ ਖਾਲੀ ਸੀਗਾ, ਪ੍ਰਭੂ ਦੀ ਇੱਛਾ ਤੋਂ ਬਾਹਰ ਹੀ ਸੀਗਾ। ਪਰ ਦੇਖੋ ਉਸ ਮਹਾਨ ਪਵਿੱਤਰ ਆਤਮਾ ਨੂੰ ਆਪਣੀ ਲਪੇਟ ਚ ਲੈ ਲਿਆ। ਆਮੀਨ। ਪਤਰਸ ਨੂੰ ਆਪਣੀ ਲਪੇਟ ਚ ਲੈ ਲਿਆ, ਇਸਤੀਫਾਨ ਨੂੰ ਆਪਣੀ ਲਪੇਟ ਚ ਲੈ ਲਿਆ, ਸਮਸੂਨ ਨੂੰ ਆਪਣੀ ਲਪੇਟ ਚ ਲੈ ਲਿਆ, ਇਸਤੀਫਾਨ ਨੂੰ ਆਪਣੀ ਲਪੇਟ ਚ ਲੈ ਲਿਆ, ਯਫਤਾ ਨੂੰ ਆਪਣੀ ਲਪੇਟ ਚ ਲੈ ਲਿਆ, ਰਿਬਕਾ ਨੂੰ ਆਪਣੀ ਲਪੇਟ ਚ ਲੈ ਲਿਆ, ਸਾਰਾ ਨੂੰ ਆਪਣੀ ਲਪੇਟ ਚ ਲੈ ਲਿਆ, ਮਰੀਅਮ ਨੂੰ ਆਪਣੀ ਲਪੇਟ ਚ ਲੈ ਲਿਆ, ਉਹ ਸਾਮਰੀ ਤੀਵੀ ਨੂੰ ਆਪਣੀ ਲਪੇਟ ਚ ਲੈ ਲਿਆ। ਜੋ ਨੇ ਕਰੈਕਟਰ ਨੂੰ ਉਸ ਸਮੇਂ ਉਹਨੇ ਆਪਣੀ ਲਪੇਟ ਚ ਲਿਆ, ਅੱਜ ਵੀ ਮੈਨੂੰ ਤੇ ਤੁਹਾਨੂੰ ਆਪਣੀ ਲਪੇਟ ਚ ਲੈਣਾ ਚਾਹੁੰਦਾ ਆ। ਅੱਜ ਵੀ ਸਾਡੇ ਤੋਂ ਕੁਝ ਅਜੀਬ ਅਚੰਭੇ ਕੰਮ ਕਰਵਾਉਣਾ ਚਾਹੁੰਦਾ ਆ। ਅੱਜ ਵੀ ਆ ਮਹਾਨ ਸੇਵਕਾਈ ਜੋ ਦੁਲਹਨ ਦੀ ਸੇਵਕਾਈ ਆ ਉਹ ਮੇਰੇ ਤੇ ਤੁਹਾਡੇ ਤੋਂ ਚਾਹੁੰਦਾ ਆ। ਉਹਦੇ ਨਾਲ ਨੂੰ ਮਹਿਮਾ ਮਿਲੇ। ਆਓ ਜਾਂ ਸਾਡੇ ਸਭਨਾਂ ਦੇ ਸਿਰ ਚੁੱਕੇ ਅੱਖਾਂ ਬੰਦ ਹਨ। ਕਿੰਨੇ ਪ੍ਰਭੂ ਦੇ ਲਈ ਆਪਣੇ ਹੱਥਾਂ ਨੂੰ ਉਠਾਉਣਾ ਚਾਹੁੰਦੇ ਆ। मेरी इच्छा पूरी हो जाए, आँखों में तेरे जीवन आए। अब जब तुम प्रभु का सच दे देंगे, तेरी इच्छा पूरी हो जीवन है।
ऐसा कहिए कि लेकिन प्रभु आज ही से मैं नहीं, हुण तो ही मैं तेरे वचन ਨੂੰ ਲੈ ਲੈਂਦਾ ਆ, तेरे से महान इच्छा ਦਾ ਹਿੱਸਾ ਬਣ ਜਾਂਦਾ ਹੈ। प्रभु ਦੇ ਨਾਮ ਨੂੰ ਮਹਿਮਾ ਮਿਲੇ। ਭੈਣ ਤੇ ਕਹੋ ਪ੍ਰਭੂ ਕਿੰਨਾ ਮਹਾਨ ਆ ਜਿਹੜਾ ਸਾਨੂੰ ਆਪਣੇ ਕਰੀਬ ਬੁਲਾਉਂਦਾ ਹੈ। ਬਾਈਬਲ ਬਿਆਨ ਕਰਦੀ ਕਿ ਪਵਿੱਤਰ ਆਤਮਾ ਇਦਾਂ ਦਾ ਹੈ ਕਿ ਸਾਡੀਆਂ ਦੁਰਬਲਤਾਈਆਂ 'ਚ ਵੀ ਸਾਡੀ ਮਦਦ ਕਰਦਾ ਹੈ। ਸਾਨੂੰ ਦੱਸਦਾ ਹੈ ਕਿ ਤੁਹਾਨੂੰ ਕਿੰਨਾ ਚੀਜ਼ਾਂ ਦੀ ਲੋੜ ਹੈ, ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। प्रभु कितना महान है। आओ छोटी प्रार्थना करते हैं। स्वर्गीय पिता यीशु नासरी, प्रभु तेरे जगह ते होने लई तेरा धन्नवाद करते हैं। तू कितना भला है प्रभु, जद प्रभु तू कितना वधिया सानू आज दे संदेश दे विच भी एक कितना वधिया प्लेटफार्म दिता है प्रभु, जिस द्वारा प्रभु ਅਸੀਂ पूरे साल ਦੇ ਵਿੱਚ तेरे ਨਾਲ कितनी नेड़ता ਦੇ ਵਿੱਚ ਜੁੜ ਸਕਦੇ ਹਾਂ। पर प्रभु हो सकता तेरी आमद इसे ही साल दे विच होवे, कई भैन भरावां दा रैप्चर इसे साल दे विच होवे प्रभु, क्योंकि असीं जिद्दां दीयां घटनावां अज दुनिया दे विच वापरदियां देख पा रहे हां प्रभु। छोटी तो छोटी गल पूरे संसार दे विच प्रभाव पा रही है प्रभु। कई बार असीं तेरे वचनां दे उत्ते कई बार सोचदे सीगे कि जद उन्हां दो गवाहां दा इस धरती दे उत्ते डेगिया जाना होवेगा तां पूरी दुनिया कितना खुशी मना सकती है। पर अज कह सकते हाँ कि सारी चीज़ां संभव हैं, क्योंकि एक छोटी तो छोटी खबर पूरी दुनिया के उत्ते अपनी छाप छड़ रही है प्रभु। उस तरीके नाल प्रभु एक दिन कुछ भैन भरावां दा इस धरती तो उठाया जाना होने वाला है प्रभु। पर तां भी कुछ साइंसदान कहणगे कि उन्हां नूं एलियंस लै गए, एलियंस चुक के लै गए। पर प्रभु जिहड़े तेरे वचन दे नाल तेरी इच्छा दे नाल जिहड़े सहमत हन प्रभु, उन्होंने पता है कि कईयां दा जिउंदा जी उठाया जाना है, वो मुड़ के इस धरती दे उत्ते लभणगे नहीं प्रभु। होंदे कि जेकर वो ऐसे ही साल च तो प्रभु हो लैण दे कि साल दे विच असीं किसी बंदे दी अगवाई दे हेठ नहीं, संसार दी अगवाई दे हेठ नहीं, तेरे महान मसा दी अगुवाई दे हेठ आ जाइए, पवित्र आत्मा दी अगुवाई दे हेठ आ जाइए प्रभु। तू हरेक भैन भरा नूं जद अज दे बच्चे दी जिहड़ी बरकत दित्ती है प्रभु। होंदे जद तक तू नहीं आ जांदा, एक ऐदां दा इरादा बख्श कि जद तक तू नहीं आ जांदा मैं तेरे लिए वफादार बणिया रहना। नाल दा भैन भरा की कर रहा है जां कोई किधर नूं जा रहा है, नाल दी कलीसिया च की कुछ चल रहा है, कोई इधर नहीं सारा ख्याल होना चाहिए। सिर्फ ये कि मैं किधर नूं जा रहा है, मेरे की विचार है, मैं किदा किसी दे सामने अपने आप नूं झुका रहा है। क्योंकि प्रभु तेरा वचन बयान करता है कि जिहड़ा नीवा होण पसंद करदा उस समय सिर उच्चा कर दिता जाएगा। प्रभु असीं तेरे वचन की सहमति दे विच आ जाइए, हरेक भैन भरा तू बरकत दे। और प्रभु जिन्नियां दे नाल भी तू इस वचन दी जिहड़ी गलबात कीती है प्रभु, तू उन्हां दे अंग संग बणिया रहे और दोबारा कोई दुष्ट आत्मा दोबारा उन्हां दे उत्ते असर ना पा सके। दोबारा कोई भी वो झूठी वेल
फुट के और कंडियालियां ऊंट कंडारे ना उगावे प्रभु। ਅਸੀਂ ਸਾਰੇ ਤੇਰੇ ਉਸ ਅੰਗੂਰ ਦੀ ਬੇਲ ਬਣ ਸਕੀਏ ਜਿਨ੍ਹਾਂ ਦੇ ਵਿੱਚ ਕੋਈ ਰਸ ਹੋਵੇ ਪ੍ਰਭੂ, ਜਿਨ੍ਹਾਂ ਦੇ ਅੰਦਰ ਕੋਈ ਠਰਾਵ ਹੋਵੇ ਪ੍ਰਭੂ, ਜਿਨ੍ਹਾਂ ਦੇ ਅੰਦਰ ਕੋਈ ਜਿਨ੍ਹਾਂ ਦਾ ਵੇਟ ਹੋਵੇ ਪ੍ਰਭੂ। ਮਿਹਰਬਾਨ ਪ੍ਰਭੂ, ਤੂੰ ਹਰੇਕ ਭੈਣ ਭਰਾ ਦੇ ਉੱਤੇ ਕਿਰਪਾ ਕਰ, ਹਰੇਕ ਨੂੰ ਚੰਗਿਆ ਕਰ। ਦੁਆ ਨੂੰ ਸੁਣ, ਕਬੂਲ ਕਰ ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ।